ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਜੋ ਪਾਵਨ ਪਵਿੱਤਰ ਗੁਰਬਾਣੀ ਸਤਿਗੁਰੂ ਜੀ ਨੇ ਦਰਜ ਕੀਤੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕੋ ਹੀ ਭਾਵ ਹੈ ਕਿ ਇਸ ਮਨੁੱਖ ਨੂੰ ਸਚਿਆਰ ਬਣਾਇਆ ਜਾਏ। ਮਨੁੱਖ ਸਚਿਆਰ ਬਣ ਜਾਏ, ਸੱਚ ਨਾਲ ਜੁੜ ਜਾਏ, ਸੱਚ ਹੀ ਬੋਲੇ, ਸੱਚ ਸੁਣੇ, ਸੱਚ ਦੀ ਵਿਚਾਰ ਇਹਦੇ ਅੰਦਰ ਹੋਵੇ, ਸੱਚ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੇ ਔਰ ਸਚਿਆਰ ਬਣ ਕੇ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦਤਾ ਪ੍ਰਾਪਤ ਕਰ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਚਿਆਰ ਬਣਨ ਦਾ ਜਿਹੜਾ ਤਰੀਕਾ ਹੈ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਵਿੱਚ ਦਰਜ ਕੀਤਾ ਹੈ। ਜਦੋਂ ਸਤਿਗੁਰੂ ਜੀ ਦੇ ਸਾਹਮਣੇ ਇਹ ਸਵਾਲ ਰੱਖਿਆ ਗਿਆ ਕਿ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਦੱਸੋ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਕਿ ਕਿਵੇਂ ਅਸੀਂ ਸਚਿਆਰ ਹੋ ਸਕਦੇ ਹਾਂ ਤੇ ਸਾਡੇ ਅੰਦਰ ਆਤਮਾ ਤੇ ਪਰਮਾਤਮਾ ਦੇ ਵਿੱਚ ਜਿਹੜੀ ਝੂਠ ਦੀ ਕੰਧ ਹੈ ਉਸ ਕੰਧ ਨੂੰ ਕਿਵੇਂ ਤੋੜਿਆ ਜਾਏ। ਇਹ ਜਿਹੜੀ ਕੂੜ ਦੀ ਪਾਲ ਹੈ, ਕੂੜ ਦੀ ਕੰਧ ਹੈ, ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ, ਤੁਸੀਂ ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰੋ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਕੂੜ ਦੀ ਕੰਧ ਨੂੰ ਤੋੜਨ ਦਾ ਤੇ ਸਚਿਆਰ ਹੋਣ ਦਾ ਜਿਹੜਾ ਢੰਗ ਦੱਸਿਆ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜੇ ਕੂੜ ਦੀ ਕੰਧ ਨੂੰ ਢਾਉਣਾ ਚਾਹੁੰਦੇ ਹੋ, ਸਚਿਆਰ ਮਨੁੱਖ ਬਣਨਾ ਚਾਹੁੰਦੇ ਹੋ ਤੇ ਉਹਦਾ ਢੰਗ ਇੱਕ ਹੀ ਹੈ ਤੇ ਉਹ ਤਰੀਕਾ ਹੈ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਕਿ ਉਸ ਪਰਿਪੂਰਨ ਪਰਮਾਤਮਾ ਦਾ ਜੋ ਹੁਕਮ ਹੈ ਉਸ ਵਾਹਿਗੁਰੂ ਜੀ ਦੇ ਹੁਕਮ ਦੀ ਰਜ਼ਾ ਵਿੱਚ ਚੱਲਣਾ। ਸਤਿਗੁਰੂ ਜੀ ਕਹਿੰਦੇ ਇਹੀ ਸਚਿਆਰ ਹੋਣ ਦਾ ਇੱਕ ਢੰਗ ਹੈ। ਔਰ ਇਸ ਤੋਂ ਪਹਿਲਾਂ ਸਚਿਆਰ ਹੋਣ ਵਾਸਤੇ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ, ਸਾਡੇ ਦੇਸ਼ ਦੇ ਧਾਰਮਿਕ ਵਿਦਵਾਨਾਂ ਨੇ ਵੱਖਰੇ ਵੱਖਰੇ ਢੰਗਾਂ ਦਾ ਜ਼ਿਕਰ ਕੀਤਾ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤਰੀਕਿਆਂ ਦਾ ਖੰਡਨ ਕੀਤਾ ਹੈ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਚਿਆਰ ਬਣਨ ਦੇ ਜਿਹੜੇ 4 ਤਰੀਕੇ ਉਸ ਵੇਲੇ ਅਪਣਾਏ ਗਏ ਉਹਨਾਂ ਦਾ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲਾ ਤਰੀਕਾ ਇਹ ਸੀ ਜਿਹੜਾ ਉਸ ਸਮੇਂ ਦੇ ਰਿਸ਼ੀਆਂ ਮੁਨੀਆਂ ਨੇ ਅਪਣਾਇਆ ਕਿ ਮਨੁੱਖ ਨੂੰ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨੇ ਚਾਹੀਦੇ ਨੇ। ਇਸ਼ਨਾਨ ਕਰਨ ਦੇ ਨਾਲ ਹੀ ਮਨੁੱਖ ਜਿਹੜਾ ਹੈ ਉਹ ਸੁੱਚਾ ਹੋ ਸਕਦਾ ਹੈ, ਸਚਿਆਰ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਕਿ ਭਾਈ ਸੁਚਮਤਾ ਧਾਰਨ ਕਰਨ ਦੇ ਨਾਲ ਕੋਈ ਮਨੁੱਖ ਸੁੱਚਾ ਨਹੀਂ ਹੋ ਜਾਂਦਾ। ਭਾਵੇਂ ਇੱਕ ਵਾਰ ਨਹੀਂ, ਲੱਖ ਵਾਰ ਉਹ ਇਸ਼ਨਾਨ ਕਰਦਾ ਫਿਰੇ। ਸਤਿਗੁਰੂ ਜੀ ਕਹਿਣ ਲੱਗੇ, ਕੇਵਲ ਸਰੀਰ ਦੇ ਨਹਾਉਣ ਦੇ ਨਾਲ, ਕੇਵਲ ਸਰੀਰ ਨੂੰ ਸੁੱਚਾ ਕਰ ਲੈਣ ਦੇ ਨਾਲ ਬੰਦੇ ਦਾ ਮਨ ਜਿਹੜਾ ਹੈ ਉਹ ਸੱਚਾ ਸੁੱਚਾ ਨਹੀਂ ਹੋ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬਚਨ ਤੇ ਕਿ ਕੇਵਲ ਸਰੀਰ ਦੇ ਇਸ਼ਨਾਨ ਨਾਲ ਮਨ ਦੀ ਸੁਚਮਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਬਹੁਤ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਔਰ ਵਿਅੰਗਮਈ ਢੰਗ ਦੇ ਨਾਲ ਉਹਨਾਂ ਨੇ ਇਸ ਗੱਲ ਦਾ ਖੰਡਨ ਕਰਦਿਆਂ ਬਚਨ ਆਖੇ ਕਿ ਜਲ ਕੈ ਮੱਜਣ ਜੇ ਗਤ ਹੋਵੇ, ਪਾਣੀ ਦੇ ਵਿੱਚ ਚੁੱਭੀਆਂ ਲਾਉਣ ਦੇ ਨਾਲ ਜੇ ਕਿਸੇ ਮਨੁੱਖ ਦੀ ਮੁਕਤੀ ਹੋ ਸਕਦੀ ਹੈ, ਕੋਈ ਮਨੁੱਖ ਗਤੀ ਪ੍ਰਾਪਤ ਕਰ ਸਕਦਾ, ਸਚਿਆਰ ਹੋ ਸਕਦਾ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਨਿਤ ਨਿਤ ਮੇਂਢੁਕ ਨਹਾਵੇ
ਮੇਂਢੁਕ ਨਾਮ ਡੱਡੂ ਦਾ ਹੈ। ਤੇ ਕਬੀਰ ਜੀ ਨੇ ਵਿਅੰਗਮਈ ਢੰਗ ਨਾਲ ਬੜੇ ਪਿਆਰੇ ਵਚਨ ਆਖੇ। ਇਸ ਤਰਕ ਨੂੰ ਬੜੀ ਦਲੀਲ ਦੇ ਨਾਲ ਪੇਸ਼ ਕੀਤਾ ਕਿ ਜੇ ਕੇਵਲ ਪਾਣੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ, ਪਾਣੀ ਵਿੱਚ ਚੁੱਭੀਆਂ ਲਾਉਣ ਦੇ ਨਾਲ ਕੋਈ ਮਨੁੱਖ ਸਚਿਆਰ ਹੋ ਸਕਦਾ ਹੈ, ਮੁਕਤ ਹੋ ਸਕਦਾ ਹੈ, ਤੇ ਕਬੀਰ ਜੀ ਕਹਿੰਦੇ ਜਿਹੜੇ ਡੱਡੂ ਨੇ 68 ਤੀਰਥ ਨੇ, ਤੇ 68 ਤੀਰਥਾਂ ਦੇ ਵਿੱਚ ਬੇਅੰਤ ਡੱਡੂ ਨੇ ਜਿਹੜੇ ਉਸ ਦਰਿਆ ਦੇ ਵਿੱਚ ਉਹਨਾਂ ਪਾਣੀਆਂ ਵਿੱਚ ਚੁੱਭੀਆਂ ਲਾਉਂਦੇ ਨੇ। ਤੇ ਜੇ ਪਾਣੀ ਵਿੱਚ ਚੁੱਭੀ ਲਾਉਣ ਦੇ ਨਾਲ ਕੋਈ ਮਨੁੱਖ ਸਚਿਆਰ ਹੋ ਸਕਦਾ ਹੈ, ਕਿਸੇ ਦੀ ਮੁਕਤੀ ਹੋ ਸਕਦੀ ਹੈ, ਤੇ ਕਬੀਰ ਜੀ ਕਹਿੰਦੇ ਫਿਰ ਡੱਡੂ ਜਿਹੜੇ ਨੇ ਇਹ ਤੇ ਵਿਚਾਰੇ ਰੋਜ਼ਾਨਾ ਹਜ਼ਾਰਾਂ ਚੁੱਭੀਆਂ ਪਾਣੀ ਵਿੱਚ ਲਾਉਂਦੇ ਨੇ। ਤੇ ਫਿਰ ਅੱਜ ਤੱਕ ਜਿੰਨੀਆਂ ਚੁੱਭੀਆਂ ਡੱਡੂਆਂ ਨੇ ਪਾਣੀ ਵਿੱਚ ਲਾਈਆਂ ਨੇ, ਕਬੀਰ ਜੀ ਦਾ ਕਥਨ ਦਾ ਭਾਵ ਇਹ ਹੈ ਕਿ ਡੱਡੂਆਂ ਨੂੰ ਤੇ ਬਿਲਕੁਲ ਉਹਨਾਂ ਦੀ ਪ੍ਰਜਾਤੀ ਨੂੰ ਹੀ ਖਤਮ ਹੋ ਜਾਣਾ ਚਾਹੀਦਾ ਸੀ, ਕਿਉਂਕਿ ਡੱਡੂਆਂ ਨੇ ਜਿੰਨਾ ਪਾਣੀ ਦਾ ਇਸ਼ਨਾਨ ਕੀਤਾ ਹੈ ਉਹਨਾਂ ਦੀ ਮੁਕਤੀ ਹੋ ਜਾਣੀ ਚਾਹੀਦੀ ਸੀ, ਤੇ ਉਹਨਾਂ ਦਾ ਜੰਮਣਾ ਮਰਨਾ ਖਤਮ ਹੋ ਜਾਣਾ ਚਾਹੀਦਾ ਸੀ, ਤੇ ਡੱਡੂਆਂ ਦੀ ਪ੍ਰਜਾਤੀ ਤੇ ਮਿਟ ਜਾਣੀ ਚਾਹੀਦੀ ਸੀ, ਕਿਉਂਕਿ ਜਿੰਨਾ ਇਸ਼ਨਾਨ ਉਹਨਾਂ ਵਿਚਾਰਿਆਂ ਨੇ ਕੀਤਾ ਮਨੁੱਖ ਤੇ ਸਾਰੇ ਜਨਮ ਵਿੱਚ ਨਹੀਂ ਕਰ ਸਕਦਾ। ਤੋ ਕਬੀਰ ਜੀ ਕਹਿੰਦੇ ਜੈਸੇ ਮੇਂਢੁਕ ਤੈਸੇ ਓਏ ਨਰ, ਜਿਹੜੇ ਇਹ ਕਹਿੰਦੇ ਨੇ ਕਿ ਕੇਵਲ ਪਾਣੀ ਦੇ ਵਿੱਚ ਇਸ਼ਨਾਨ ਕਰਕੇ ਮੁਕਤੀ ਮਿਲ ਜਾਏਗੀ, ਕਬੀਰ ਜੀ ਕਹਿੰਦੇ ਉਹ ਮਨੁੱਖ ਉਹਨਾਂ ਡੱਡੂਆਂ ਵਰਗੇ ਨੇ। ਜੈਸੇ ਮੇਂਢੁਕ ਤੈਸੇ ਓਏ ਨਰ, ਫਿਰ ਜੋਨੀ ਪਾਵੈ। ਕਬੀਰ ਜੀ ਕਹਿੰਦੇ ਮੁਕਤ ਨਹੀਂ ਹੋਣਗੇ, ਬਾਰ-ਬਾਰ ਜੰਮਦੇ ਮਰਦੇ ਰਹਿਣਗੇ। ਪਾਣੀ ਵਿੱਚ ਨਹਾਉਣ ਦੇ ਨਾਲ ਉਹਨਾਂ ਦੇ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ, ਪਾਣੀ ਵਿੱਚ ਇਸ਼ਨਾਨ ਕਰਕੇ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਹੈ। ਸਤਿਗੁਰੂ ਜੀ ਕਹਿੰਦੇ ਮਨ ਮੈਲੈ ਸਭ ਕਿਛ ਮੈਲਾ। ਜੇ ਬੰਦੇ ਦਾ ਮਨ ਪਵਿੱਤਰ ਨਹੀਂ, ਮਨ ਦੇ ਵਿੱਚ ਮੈਲ ਹੈ, ਮਲੀਨਤਾ ਹੈ, ਮਨ ਭ੍ਰਿਸ਼ਟਿਆ ਹੋਇਆ ਹੈ, ਤੇ ਸਤਿਗੁਰੂ ਜੀ ਕਹਿੰਦੇ ਫਿਰ ਸਾਰਾ ਕੁਝ ਉਹਦੇ ਸਾਹਮਣੇ ਮੈਲਾ ਹੀ ਨਜ਼ਰ ਆਏਗਾ। ਮਨ ਮੈਲੈ ਸਭ ਕਿਛ ਮੈਲਾ, ਤੇ ਗੁਰੂ ਸਾਹਿਬ ਜੀ ਕਹਿੰਦੇ ਤਨ ਧੋਤੈ ਮਨ ਹੱਛਾ ਨਾ ਹੋਏ, ਕਿ ਸਰੀਰ ਧੋ ਲੈਣ ਦੇ ਨਾਲ ਮਨ ਪਵਿੱਤਰ ਨਹੀਂ ਹੋ ਸਕਦਾ। ਮਨ ਦਾ ਇਸ਼ਨਾਨ ਕਰਾਵਾਂਗੇ ਤਾਂ ਮਨ ਪਵਿੱਤਰ ਹੋਏਗਾ। ਤੇ ਮਨ ਦਾ ਇਸ਼ਨਾਨ ਕਿੱਥੇ ਹੋਣਾ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤਰਗਤ ਤੀਰਥ ਮਲ ਨਹਾਓ, ਕਿ ਜਿਹੜਾ ਤੁਹਾਡੇ ਅੰਦਰ ਤੀਰਥ ਹੈ ਉੱਥੇ ਮਲ ਕੇ ਇਸ਼ਨਾਨ ਕਰੋ। ਉੱਥੇ ਕਿਸ ਜਲ ਦੇ ਜਲ ਨਾਲ ਇਸ਼ਨਾਨ ਕਰਨਾ ਹੈ? ਸਤਿਗੁਰੂ ਜੀ ਕਹਿੰਦੇ ਉੱਥੇ ਪਰਮੇਸ਼ਰ ਦੇ ਨਾਮ ਰੂਪੀ ਜਲ ਨਾਲ ਇਸ਼ਨਾਨ ਕਰਨਾ ਹੈ। ਮਨ ਦੀ ਪਵਿੱਤਰਤਾ ਪਰਮੇਸ਼ਰ ਦੇ ਨਾਮ ਨਾਲ ਹੋਏਗੀ। ਬਾਹਰੀ ਤੌਰ ਤੇ ਸਰੀਰ ਦਾ ਇਸ਼ਨਾਨ ਕਰ ਲੈਣ ਨਾਲ ਮਨ ਸਚਿਆਰ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਸ ਮਨ ਨੂੰ ਪਵਿੱਤਰ ਕਰਨ ਦਾ ਜਿਹੜਾ ਢੰਗ ਗੁਰੂ ਨਾਨਕ ਸਾਹਿਬ ਜੀ ਨੇ ਦਰਜ ਕੀਤਾ, ਸਤਿਗੁਰੂ ਜੀ ਕਹਿੰਦੇ ਜਿਵੇਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ, ਕਿ ਜਿਵੇਂ ਇੱਕ ਵਸਤਰ ਮਲ ਮੂਤਰ ਦੇ ਨਾਲ ਪਲੀਤ ਹੋ ਜਾਂਦਾ ਹੈ, ਭ੍ਰਿਸ਼ਟਿਆ ਜਾਂਦਾ ਹੈ, ਗੰਦਗੀ ਉਹਦੇ ਵਿੱਚ ਭਰ ਜਾਂਦੀ ਹੈ, ਤੇ ਉਸ ਕੱਪੜੇ ਨੂੰ ਸਾਬਣ ਤੇ ਪਾਣੀ ਦੇ ਸੰਜੋਗ ਨਾਲ ਧੋ ਦਿੱਤਾ ਜਾਏ ਤੇ ਉਹ ਸਵੱਛ ਹੋ ਜਾਂਦਾ ਹੈ, ਸਾਫ ਸੁਥਰਾ ਹੋ ਜਾਂਦਾ ਹੈ। ਬਾਹਰੀ ਤੌਰ ਤੇ ਜਿਹੜਾ ਕੱਪੜਾ ਹੈ ਉਹ ਤੇ ਪਾਣੀ ਤੇ ਸਾਬਣ ਨਾਲ ਧੋਵਾਂਗੇ ਤੇ ਪਵਿੱਤਰ ਹੋ ਜਾਏਗਾ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੀ ਭਰੀ ਹੈ ਮਤ ਪਾਪਾਂ ਕੈ ਸੰਗ, ਜਿਹੜੀ ਮਤ ਹੈ ਇਹ ਤੇਰੀ ਪਾਪਾਂ ਦੀ ਮਲੀਨਤਾ ਨਾਲ ਭਰੀ ਹੋਈ ਹੈ, ਤੇ ਇਹ ਬਾਹਰ ਦੇ ਪਾਣੀ ਤੇ ਸਾਬਣ ਨਾਲ ਸਾਫ਼ ਨਹੀਂ ਹੋਏਗੀ। ਬਾਹਰੀ ਤੌਰ ਤੇ ਵਧੀਆ ਤੋਂ ਵਧੀਆ ਬ੍ਰਾਂਡਡ ਸਾਬਣ ਲੈ ਕੇ ਸਰੀਰ ਨੂੰ ਤੇ ਧੋਤਾ ਜਾ ਸਕਦਾ ਹੈ, ਪਰ ਮਨ ਦੀ ਪਵਿੱਤਰਤਾ ਨਹੀਂ। ਸਤਿਗੁਰੂ ਜੀ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਜਿਹੜੀ ਤੇਰੀ ਮਤ ਪਾਪਾਂ ਨਾਲ ਭਰੀ ਹੋਈ ਹੈ, ਸਤਿਗੁਰੂ ਜੀ ਕਹਿੰਦੇ ਉਹ ਕੇਵਲ ਪਰਮੇਸ਼ਰ ਦੇ ਨਾਮ ਰੰਗ ਨਾਲ ਧੁੱਪ ਸਕਦੀ ਹੈ। ਪਰਮਾਤਮਾ ਦੇ ਨਾਮ ਨਾਲ ਤੇਰਾ ਮਨ ਸਾਫ਼ ਹੋਏਗਾ। ਬਾਹਰੀ ਤੌਰ ਤੇ ਸਰੀਰ ਦਾ ਇਸ਼ਨਾਨ ਕਰ ਲੈਣ ਨਾਲ ਮਨ ਦੀ ਪਵਿੱਤਰਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਪਰ ਇੱਥੇ ਇੱਕ ਬੇਨਤੀ ਹੋਰ ਕਰਾਂ ਕਿ ਸਤਿਗੁਰੂ ਜੀ ਨੇ ਇਸ਼ਨਾਨ ਕਰਨ ਦਾ ਖੰਡਨ ਨਹੀਂ ਕੀਤਾ ਕਿ ਇਸ਼ਨਾਨ ਨਹੀਂ ਕਰਨਾ ਚਾਹੀਦਾ। ਕਈ ਵਾਰ ਐਸੀ ਵਿਚਾਰ ਜਦੋਂ ਕਿਸੇ ਦੇ ਮਨ ਵਿੱਚ ਬਹਿ ਜਾਏ ਕਿ ਗੁਰੂ ਸਾਹਿਬ ਜੀ ਨੇ ਇਸ਼ਨਾਨ ਦਾ ਖੰਡਨ ਕੀਤਾ ਹੈ, ਤੇ ਕਈ ਨਹਾਉਣਾ ਹੀ ਛੱਡ ਦਿੰਦੇ ਨੇ, 2-2 ਦਿਨ ਨਹਾਉਂਦੇ ਹੀ ਨਹੀਂ। ਪਰ
ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰ ਹੈ ਉਹਦੇ ਅਨੁਸਾਰ ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸਤਿਗੁਰੂ ਜੀ ਕਹਿੰਦੇ ਸਿੱਖਾਂ ਤੋਂ ਇਸ਼ਨਾਨ ਕਰ, ਇਸ਼ਨਾਨ ਕਰਕੇ ਪਰਮੇਸ਼ਰ ਦਾ ਸਿਮਰਨ ਕਰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਗੁਰੂ ਜੀ ਕਹਿੰਦੇ ਤੇਰਾ ਮਨ ਤਨ ਭਏ ਅਰੋਗਾ, ਨਾਮ ਸਿਮਰੇਗਾ ਤੇਰਾ ਮਨ ਅਰੋਗ ਹੋਏਗਾ, ਤੇ ਪਾਣੀ ਨਾਲ ਇਸ਼ਨਾਨ ਕਰੇਗਾ ਕਈ ਬਿਮਾਰੀਆਂ ਮਿਟ ਜਾਣਗੀਆਂ, ਤੇਰਾ ਤਨ ਅਰੋਗ ਹੋ ਜਾਏਗਾ। ਇਸ਼ਨਾਨ ਤੇ ਕਰਨਾ ਹੈ, ਪਰ ਇਸ ਭਰਮ ਨੂੰ ਲੈ ਕੇ ਕਿ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲਦੀ ਹੈ, ਇਸ ਭਰਮ ਦਾ ਗੁਰੂ ਸਾਹਿਬ ਜੀ ਨੇ ਖੰਡਨ ਕੀਤਾ ਹੈ। ਇਸ਼ਨਾਨ ਕਰਨ ਦਾ ਖੰਡਨ ਨਹੀਂ ਕੀਤਾ। ਰੋ ਵਿਚਾਰ ਸਤਿਗੁਰੂ ਜੀ ਕਹਿੰਦੇ ਕੇਵਲ ਬਾਹਰੀ ਤੌਰ ਤੇ ਸਰੀਰ ਨੂੰ ਸੁੱਚਾ ਕਰ ਲੈਣ ਦੇ ਨਾਲ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਕਿ ਲੱਖਾਂ ਵਾਰ ਕੋਈ ਸਰੀਰ ਨੂੰ ਧੋਵੇ ਇਸ਼ਨਾਨ ਕਰਾਵੇ ਸੁਚਮਤਾ ਰੱਖੇ। ਸਤਿਗੁਰੂ ਜੀ ਕਹਿੰਦੇ ਸਰੀਰ ਦੀ ਸੁਚਮਤਾ ਰੱਖਣ ਨਾਲ ਜਾਂ ਕੱਪੜਿਆਂ ਦੀ ਸੁਚਮਤਾ ਰੱਖਣ ਦੇ ਨਾਲ ਜਿਹੜਾ ਮਨ ਹੈ ਉਹ ਸੁੱਚਾ ਨਹੀਂ ਹੋਏਗਾ, ਮਨ ਸਚਿਆਰ ਨਹੀਂ ਹੋ ਸਕੇਗਾ। ਦੂਸਰੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਉਸ ਸਮੇਂ ਜਿਹੜੀ ਦੂਜੀ ਗੱਲ ਸਚਿਆਰ ਹੋਣ ਦੀ ਪ੍ਰਚਲਿਤ ਹੈ ਕਿ ਬੰਦਾ ਮੌਨ ਧਾਰਨ ਕਰ ਲਏ, ਚੁੱਪ ਧਾਰਨ ਕਰ ਲਏ, ਕਿਸੇ ਨਾਲ ਬੋਲੇ ਹੀ ਨਾ, ਤੇ ਇਹ ਇੱਕ ਢੰਗ ਹੈ ਸਚਿਆਰ ਹੋਣ ਦਾ। ਇਸ ਤਰੀਕੇ ਨਾਲ ਵੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਕਿ ਭਾਈ ਚੁੱਪ ਰਹਿਣ ਦੇ ਨਾਲ, ਸਰੀਰਕ ਚੁੱਪ ਰੱਖਣ ਦੇ ਨਾਲ ਮਨ ਕਦੇ ਚੁੱਪ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਭਾਵੇਂ ਕੋਈ ਜਿੰਨਾ ਮਰਜ਼ੀ ਸਮਾਧੀਆਂ ਲਾ ਲਾ ਕੇ ਬੈਠਾ ਰਹੇ, ਚੁੱਪ ਧਾਰਨ ਕਰਕੇ ਬੈਠਾ ਰਹੇ, ਚੁੱਪ ਰਹਿਣ ਦੇ ਨਾਲ ਜ਼ੁਬਾਨ ਦੀ ਚੁੱਪ ਜਿਹੜੀ ਹੈ ਇਹਦੇ ਮਨ ਦੀ ਚੁੱਪ ਨਹੀਂ ਹੋ ਸਕਦੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਇੱਕ ਇਸੇ ਤਰ੍ਹਾਂ ਜਗਿਆਸੂ ਆਇਆ, ਕਹਿੰਦੇ ਸਤਿਗੁਰੂ ਜੀ ਮੈਨੂੰ ਕੋਈ ਗੁਰਮਤਿ ਦਾ ਉਪਦੇਸ਼ ਦਿਓ। ਉਹਨੇ ਆ ਕੇ ਕਈ ਸਵਾਲ ਸਤਿਗੁਰੂ ਜੀ ਦੇ ਸਾਹਮਣੇ ਰੱਖ ਦਿੱਤੇ, ਇੱਕਦਮ ਬੋਲੀ ਜਾਏ ਸਤਿਗੁਰੂ ਜੀ ਮੈਨੂੰ ਇਹ ਇਸ ਤਰ੍ਹਾਂ ਉਪਦੇਸ਼ ਦੇ ਦਿਓ, ਆਹ ਕਰ ਦਿਓ, ਉਹ ਕਰ ਦਿਓ। ਜਿਹੜਾ ਉਹ ਆਇਆ ਸੀ ਉਹ ਇੱਕ ਖਿੰਨ ਵੀ ਸਤਿਗੁਰੂ ਜੀ ਦੇ ਸਾਹਮਣੇ ਚੁੱਪ ਨਹੀਂ ਬੈਠਾ, ਲਗਾਤਾਰ ਬੋਲੀ ਜਾਏ ਕਿ ਸਤਿਗੁਰੂ ਜੀ ਮੈਨੂੰ ਕੋਈ ਉਪਦੇਸ਼ ਦਿਓ, ਮੇਰੀ ਮੁਕਤੀ ਹੋ ਜਾਏ, ਮੇਰੀ ਆਤਮਾ ਦਾ ਭਲਾ ਹੋ ਜਾਏ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਆਪਣਾ ਸਿੱਖ ਬਣਾਓ। ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ, ਕਹਿਣ ਲੱਗੇ ਸਿੱਖਾ ਜਾ ਕਿਸੇ ਇਕਾਂਤ ਥਾਂ ਤੇ ਜਾ ਤੇ 2-4 ਮਿੰਟ ਚੁੱਪ ਬੈਠ ਕੇ ਫਿਰ ਸਾਡੇ ਕੋਲ ਆਵੀਂ, ਫਿਰ ਤੈਨੂੰ ਗੁਰਮਤਿ ਦਾ ਉਪਦੇਸ਼ ਦੇਵਾਂਗੇ। 7 ਵਚਨ ਕਹਿ ਕੇ ਚਲੇ ਗਿਆ। ਜੰਗਲ ਦੇ ਵਿੱਚ, ਕਿਉਂਕਿ ਜੰਗਲ ਬੀਆਬਾਨੀ ਇਲਾਕੇ ਸੀ, ਇੱਕ ਇਕਾਂਤ ਜਿਹੀ ਥਾਂ ਵੇਖੀ ਜਿੱਥੇ ਸੰਘਣੀ ਜੀ ਛਾਂ ਹੈ, ਤੇ ਉੱਥੇ ਜਾ ਕੇ ਚੌਂਕੜਾ ਮਾਰ ਕੇ ਬੈਠ ਗਿਆ। ਹੁਣ ਸਤਿਗੁਰੂ ਜੀ ਨੇ ਆਖਿਆ ਸੀ ਚੁੱਪ ਬੈਠ ਗਿਆ, ਜ਼ੁਬਾਨ ਕਰਕੇ ਤੇ ਉਹ ਚੁੱਪ ਬੈਠਾ ਹੈ, ਪਰ ਮਨ ਦੇ ਵਿੱਚ ਅਨੇਕ ਫੁਰਨੇ ਆ ਰਹੇ ਨੇ। ਪਤਾ ਨਹੀਂ ਸਤਿਗੁਰੂ ਜੀ ਨੇ ਕਿਉਂ ਮੈਨੂੰ ਇੱਥੇ ਭੇਜਿਆ ਹੈ ਚੁੱਪ ਬੈਠਣ ਵਾਸਤੇ, ਕਿਹੜਾ ਸਤਿਗੁਰੂ ਜੀ ਨੇ ਉਪਦੇਸ਼ ਦੇਣਾ ਹੈ, ਚੁੱਪ ਬੈਠ ਕੇ ਕੀ ਪ੍ਰਾਪਤ ਹੋਏਗਾ, ਚੁੱਪ ਬੈਠਣ ਦੇ ਨਾਲ ਕੀ ਮੈਨੂੰ ਮਿਲੇਗਾ, ਗੁਰੂ ਸਾਹਿਬ ਜੀ ਨੇ ਇੱਥੇ ਕਿਉਂ ਭੇਜਿਆ ਹੈ। ਉੱਥੇ ਹੀ ਕਹਿ ਦਿੰਦੇ ਇੱਕ ਪਾਸੇ ਚੁੱਪ ਹੋ ਕੇ ਬੈਠ ਜਾ। ਇਸ ਤਰ੍ਹਾਂ ਜ਼ੁਬਾਨ ਤੇ ਚੁੱਪ ਸੀ, ਪਰ ਮਨ ਕਰਕੇ ਅਨੇਕ ਉਹਦੇ ਮਨ ਵਿੱਚ ਫੁਰਨੇ ਬਣ ਰਹੇ ਸੀ। ਤੇ ਜਦੋਂ ਇਸ ਤਰ੍ਹਾਂ ਉਹਦੇ ਮਨ ਵਿੱਚ ਫੁਰਨੇ ਬਣ ਰਹੇ ਸੀ ਨਾ, ਤੇ ਗੱਲ ਜਿਹੜੀ ਫੁਰਨੇ ਬਣਦਿਆਂ ਇਹ ਫੁਰਨਾ ਬਣ ਗਿਆ ਕਿ ਮਣਾ ਤੈਨੂੰ ਤੇ ਸਤਿਗੁਰੂ ਜੀ ਨੇ ਆਖਿਆ ਕਿ ਚੁੱਪ ਬੈਠ ਕੇ ਆ, ਤੇ ਤੂੰ ਤੇ ਅਜੇ ਵੀ ਗੱਲਾਂ ਕਰ ਰਿਹਾ ਹੈ। ਭਾਵੇਂ ਮੇਰੇ ਸਾਹਮਣੇ ਕੋਈ ਗੱਲਾਂ ਕਰਨ ਵਾਲਾ ਮੇਰੇ ਕੋਲ ਨਹੀਂ, ਪਰ ਮਨ ਕਰਕੇ ਤੇ ਤੂੰ ਪਤਾ ਨਹੀਂ ਕਿੰਨੀਆਂ ਕੁ ਵਿਚਾਰਾਂ ਤੇ ਕਿੰਨੇ ਕੁ ਫੁਰਨੇ ਪੈਦਾ ਕਰ ਰਹੇ ਹੈ। ਗੁਰੂ ਸਾਹਿਬ ਜੀ ਨੇ ਤੇ ਕਿਹਾ ਸੀ ਚੁੱਪ ਬੈਠ ਕੇ ਆ, ਤੇ ਜਦੋਂ ਦਾ ਆਇਆ ਮਨਾ ਤੂੰ ਤੇ ਇੱਕ ਖਿੰਨ ਵੀ ਚੁੱਪ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਵਿਚਾਰ ਮਾਰੈ ਤਰੈ ਤਾਰੈ ਉਲਟ ਜੋਣ ਨਾ ਆਵੇ, ਕਿ ਜਿਹੜੇ ਮਨ ਦੇ ਵਿਚਾਰ ਨੇ, ਮਨ ਦੇ ਫੁਰਨੇ ਨੇ, ਜੇ ਕੋਈ ਇਹਨਾਂ ਨੂੰ ਖਤਮ ਕਰ ਲਏ, ਮਨ ਦੇ ਫੁਰਨਿਆਂ ਨੂੰ ਮਾਰ ਦੇ, ਤੇ ਸਤਿਗੁਰੂ ਜੀ ਕਹਿੰਦੇ ਆਪ ਵੀ ਤਰੇਗਾ, ਨਾਲ ਹੋਰਨਾਂ ਦਾ ਉਧਾਰ ਕਰੇਗਾ, ਤੇ ਉਲਟ ਜੋੜ ਨਾ ਆਵੇ, ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪਏਗਾ। ਚੁੱਪ ਤੇ ਮਨ ਨੂੰ ਕਰਾਉਣਾ ਹੈ, ਪਰ ਮਨ ਬੋਲੀ ਜਾ ਰਿਹਾ ਹੈ।
ਮਨ ਟਿਕਦਾ ਨਹੀਂ, ਮਨ ਚੁੱਪ ਨਹੀਂ ਕਰਦਾ, ਮਨ ਕਦੇ ਦੇਖਣੋਂ ਨਹੀਂ ਹਟਦਾ। ਤੁਸੀਂ ਨੇਤਰ ਬੰਦ ਕਰਕੇ ਬੈਠ ਜਾਓ ਤੇ ਜਿਹੜੇ ਸੀਨ ਅਸੀਂ ਆ ਸਾਰੀ ਜ਼ਿੰਦਗੀ ਵਿੱਚ ਵੇਖੇ ਹੋਏ ਨੇ ਉਹ ਸਾਰੇ ਸੀਨ ਸਾਡੀਆਂ ਅੱਖਾਂ ਸਾਹਮਣੇ ਆ ਜਾਣਗੇ। ਨੇਤਰ ਤੇ ਬੰਦ ਨੇ ਪਰ ਅੱਖਾਂ ਫਿਰ ਵੀ ਵੇਖੀ ਜਾ ਰਹੀਆਂ ਨੇ। ਸੋ ਗੁਰੂ ਸਾਹਿਬ ਜੀ ਕਹਿੰਦੇ ਚੁੱਪੈ ਚੁੱਪ ਨਾ ਹੋਵਈ, ਕੇਵਲ ਜ਼ੁਬਾਨ ਚੁੱਪ ਹੋ ਜਾਏ। ਤੇ ਸਤਿਗੁਰੂ ਜੀ ਕਹਿੰਦੇ ਕਦੀ ਕੋਈ ਮਨੁੱਖੀ ਮਨ ਚੁੱਪ ਨਹੀਂ ਹੁੰਦਾ। ਜੇ ਲਾਏ ਰਹਾ ਲਿਵਤਾਰ, ਕੋਈ ਹਜ਼ਾਰਾਂ ਸਮਾਧੀਆਂ ਲਾ ਕੇ ਬੈਠੇ ਚੁੱਪ ਧਾਰਨ ਕਰਕੇ ਬੈਠ ਜਾਏ। ਸਤਿਗੁਰੂ ਜੀ ਕਹਿਣ ਲੱਗੇ ਜ਼ੁਬਾਨ ਦੀ ਚੁੱਪ ਜਿਹੜੀ ਹੈ ਉਹ ਮਨ ਦੀ ਚੁੱਪ ਨਹੀਂ ਹੋ ਸਕਦੀ। ਤੇ ਜਿੰਨਾ ਚਿਰ ਮਨ ਚੁੱਪ ਨਹੀਂ ਕਰਦਾ ਉਹਨਾਂ ਚਿਰ ਕੋਈ ਮਨੁੱਖ ਸਚਿਆਰ ਨਹੀਂ ਬਣ ਸਕਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਮੋਨੀ ਬਾਬਾ ਆ ਗਿਆ। ਇਹ ਮੋਨੀ ਬਾਬੇ ਨੇ ਮੌਨ ਧਾਰਨ ਕੀਤਾ ਹੋਇਆ ਹੈ, ਕਿਸੇ ਦੇ ਨਾਲ ਕੋਈ ਸਵਾਲ ਨਹੀਂ। ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਨੇ ਨਾਮ ਪੁੱਛਿਆ ਤੇ ਇਸ਼ਾਰੇ ਨਾਲ ਦੱਸਿਆ। ਕੋਈ ਵੀ ਸਵਾਲ ਕਰਨਾ ਤੇ ਨੇ ਇਸ਼ਾਰੇ ਨਾਲ ਹੀ ਦੱਸਣਾ, ਜ਼ੁਬਾਨ ਖੋਲ੍ਹਣੀ ਨਾ, ਮੁੱਖੋਂ ਕੁਝ ਵੀ ਨਾ ਬੋਲਣਾ ਤੇ ਮੌਨ ਧਾਰਨ ਕੀਤਾ ਹੋਇਆ ਹੈ। ਕੁਝ ਦਿਨੇ ਆਨੰਦਪੁਰ ਸਾਹਿਬ ਰਹਿੰਦਾ। ਸਿੱਖ ਸੰਗਤਾਂ ਇਹਦੇ ਤੋਂ ਬਹੁਤ ਪ੍ਰਭਾਵਿਤ ਹੋਈਆਂ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਇਹ ਜਿਹੜਾ ਮੋਨੀ ਸਾਧੂ ਆਇਆ ਬੜਾ ਇਹਦਾ ਨੇਮ ਹੈ, ਇਹ ਤੇ ਕਿਸੇ ਨਾਲ ਬੋਲਦਾ ਨਹੀਂ, ਇਹਨੇ ਚੁੱਪ ਧਾਰਨ ਕੀਤੀ ਹੋਈ ਹੈ, ਇਹ ਤੇ ਕਿਸੇ ਨਾਲ ਇੱਕ ਵੀ ਗੱਲ ਨਹੀਂ ਕਰਦਾ। ਤੇ ਬੜੀ ਸੰਗਤ ਬੜੇ ਸਿੱਖ ਉਹਦੇ ਤੋਂ ਪ੍ਰਭਾਵਿਤ ਹੋਏ, ਕਿਉਂਕਿ ਜਿਹੜਾ ਸਾਡਾ ਸੁਭਾਅ ਹੈ ਨਾ, ਅਸੀਂ ਪਖੰਡਵਾਦ ਦੇ ਪਿੱਛੇ ਬਹੁਤੀ ਛੇਤੀ ਪੈ ਜਾਂਦੇ ਹਾਂ। ਕੋਈ ਬਾਬਾ ਆਖਦਾ ਹੈ ਕਿ ਮੇਰੇ ਕੋਲ ਆਓ ਤੇ ਤੁਹਾਡੇ ਤੇ ਕਿਰਪਾ ਹੋਏਗੀ, ਤੇ ਚੈਨਲ ਭਰੇ ਪਏ ਨੇ ਐਸੇ ਬਾਬਿਆਂ ਦੇ ਜਿਹੜੇ ਗੋਲ ਗੱਪਿਆਂ ਤੋਂ ਸਮੋਸਿਆਂ ਤੋਂ ਕਿਰਪਾ ਵੰਡਦੇ ਫਿਰਦੇ ਨੇ। ਪਖੰਡਵਾਦ ਦਾ ਬੜਾ ਬੋਲਬਾਲਾ ਹੈ। ਜਿੱਥੇ ਮਾੜਾ ਜਿਹਾ ਸਾਨੂੰ ਕਿਤੇ ਪਤਾ ਲੱਗਦਾ ਹੈ ਕਿ ਇਸ ਪਾਸੇ ਕੋਈ ਇੱਦਾਂ ਦਾ ਚਮਤਕਾਰ ਹੋਇਆ ਹੈ ਤੇ ਅਸੀਂ ਦੌੜ ਜਾਂਦੇ ਉਸ ਪਾਸੇ ਨੂੰ ਕਿ ਪਤਾ ਨਹੀਂ ਸਾਨੂੰ ਇੱਥੋਂ ਕੀ ਮਿਲ ਜਾਣਾ ਹੈ। ਬਾਬਾ ਕਬੀਰ ਜੀ ਕਹਿੰਦੇ ਕਬੀਰ ਜੇ ਮਾਰਗ ਪੰਡਤ ਗਏ ਪਾਸ਼ੈ ਪਰੀ ਬਹੀਰ, ਇੱਕ ਆਵ ਘਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ। ਕਬੀਰ ਜਿਹੜੇ ਪ੍ਰਮਾਤਮਾ ਦੇ ਘਰ ਵੱਲ ਨੂੰ ਰਾਹ ਜਾਂਦਾ ਹੈ ਨਾ, ਉਸ ਰਸਤੇ ਦੇ ਪਾਂਧੀ ਕੋਈ ਵਿਰਲੇ ਵਿਰਲੀ ਬਣਦੇ ਨੇ, ਬਹੁਤੇ ਪਖੰਡਵਾਦ ਦੇ ਪਿੱਛੇ ਦੌੜਦੇ ਨੇ। ਰੋ ਵਿਚਾਰ ਸੰਗਤਾਂ ਸਿੱਖ ਕਹਿਣ ਲੱਗੇ ਸਤਿਗੁਰੂ ਬੜਾ ਇਹਦਾ ਨੇਮ ਹੈ, ਇਹ ਤੇ ਬੋਲਦਾ ਹੀ ਨਹੀਂ ਕਿਸੇ ਨਾਲ। ਸਤਿਗੁਰੂ ਜੀ ਕਹਿਣ ਲੱਗੇ ਭਾਈ ਗੁਰੂ ਨਾਨਕ ਦੇ ਘਰ ਵਿੱਚ ਪਖੰਡਵਾਦ ਦੀ ਕੋਈ ਥਾਂ ਨਹੀਂ, ਇਹਦੇ ਤੇ ਕੋਈ ਸ਼ਰਧਾ ਭਰੋਸਾ ਨਾ ਲਿਆਓ, ਇਹ ਤੇ ਪਖੰਡ ਹੈ। ਜੇ ਚੁੱਪ ਰਹਿਣ ਨਾਲ ਮੁਕਤੀ ਹੁੰਦੀ ਹੋਵੇ ਤੇ ਦਰਖਤ ਸਾਰੀ ਜ਼ਿੰਦਗੀ ਚੁੱਪ ਹੀ ਰਹਿੰਦੇ ਨੇ, ਕੋਈ ਦਰਖਤ ਬੋਲਦਾ ਸੁਣਿਆ? ਇਹ ਵੀ ਤੇ ਜੂਨਾ ਹੀ ਨੇ। ਸਾਰੀ ਬਨਾਸਪਤੀ ਚੁੱਪ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਚੁੱਪ ਰਹਿਣ ਦੇ ਨਾਲ ਕੋਈ ਭਲਾ ਨਹੀਂ, ਕੋਈ ਮੁਕਤੀ ਨਹੀਂ, ਕੋਈ ਸਚਿਆਰ ਨਹੀਂ ਹੋ ਜਾਂਦਾ। ਰੋ ਵਿਚਾਰ ਉਹ ਜਦੋਂ ਮੋਨੀ ਬੈਠਾ ਹੋਇਆ ਇੱਕ ਦਿਨ ਦੀਵਾਨ ਦੇ ਵਿੱਚ, ਸਤਿਗੁਰੂ ਜੀ ਨੇ ਇੱਕ ਗਰੀਬੜੇ ਦੇ ਸਿੱਖ ਨੂੰ ਇਸ਼ਾਰਾ ਕੀਤਾ। ਸਿੱਖ ਕੋਲ ਆਇਆ। ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਆ ਜਿਹੜੇ ਮੋਨੀ ਮਹਾਂਪੁਰਖ ਆਏ ਨੇ, ਕੱਲ੍ਹ ਨੂੰ ਤੂੰ ਇਹਨਾਂ ਨੂੰ ਆਪਣੇ ਘਰ ਲੈ ਜਾਈਂ, ਵਧੀਆ ਵਧੀਆ ਪਕਵਾਨ ਤਿਆਰ ਕਰੀ, 36 ਪ੍ਰਕਾਰ ਦੇ ਭੋਜਨ ਕੜਾਹ ਪੂੜੀਆਂ ਤਿਆਰ ਕਰੀ। ਇਸ ਮੋਨੀ ਸਾਧੂ ਨੂੰ ਤੂੰ ਪ੍ਰਸ਼ਾਦਾ ਛਕਾਉਣਾ, ਇਹਦਾ ਕੱਲ੍ਹ ਦਾ ਪ੍ਰਸ਼ਾਦਾ ਤੇਰੇ ਘਰ ਹੈ। ਤੇ ਨਾਲ ਯਾਦ ਰੱਖੀ ਪ੍ਰਸ਼ਾਦਾ ਛਕਾਉਣ ਤੋਂ ਬਾਅਦ 25 ਰੁਪਈਏ ਇਹਨੂੰ ਭੇਟਾ ਵਜੋਂ ਦੇਣੇ ਨੇ ਕਿ ਇਹਨੇ ਤੇਰੇ ਘਰ ਪ੍ਰਸ਼ਾਦਾ ਛਕਣ ਆਉਣਾ ਤੇ ਇਹਦੇ ਸਤਿਕਾਰ ਵਜੋਂ ਤੂੰ 25 ਰੁਪਈਏ ਇਹਨੂੰ ਭੇਟਾ ਦੇਣੀ ਹੈ। ਗਰੀਬੜਾ ਜਿਹਾ ਸਿੱਖ ਸੀ, ਪਰ ਗੁਰੂ ਸਾਹਿਬ ਜੀ ਦਾ ਹੁਕਮ ਕਿ ਸਤਿਗੁਰੂ ਜੀ 7 ਬਚਨ। ਮੋਨੀ ਸਾਧੂ ਕੋਲ ਖੜਾ ਸੁਣਦਾ ਰਿਹਾ ਕਿ ਗੁਰੂ ਸਾਹਿਬ ਜੀ ਨੇ ਮੇਰੇ ਪ੍ਰਤੀ ਸਿੱਖ ਨੂੰ ਬਚਨ ਆਖੇ ਨੇ, ਕੱਲ੍ਹ ਮੈਂ ਇਸ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਜਾਣਾ ਹੈ। ਵੇਖੋ ਜ਼ੁਬਾਨ ਤੇ ਚੁੱਪ ਹੈ ਪਰ ਮਨ ਕਰਕੇ ਚੁੱਪ ਨਹੀਂ ਹੈ। ਸਤਿਗੁਰੂ ਜੀ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਉਸ ਸਿੱਖ ਨੂੰ ਆਪਣੇ ਕੋਲ ਸੱਦਿਆ। ਕਹਿਣ ਲੱਗੇ ਸਿੱਖਾ ਪਖੰਡਵਾਦ ਦੀ ਗੁਰੂ ਨਾਨਕ ਦੇ ਘਰ ਵਿੱਚ ਕੋਈ ਥਾਂ ਨਹੀਂ, ਸਾਧੂ ਨੂੰ ਆਪਣੇ ਘਰ ਤੋਂ ਖੜਨਾ, ਸਤਿਕਾਰ ਸਹਿਤ ਜੋ ਸਰਦਾ ਬਣਦਾ ਪ੍ਰਸ਼ਾਦਾ ਛਕਾਈ, ਕੋਈ ਭੇਟਾ ਦੇਣ ਦੀ ਲੋੜ ਨਹੀਂ। ਗੁਰੂ ਨਾਨਕ ਦੇ ਘਰ ਪਖੰਡਵਾਦ ਦੀ ਥਾਂ ਨਹੀਂ ਹੈ। ਗੁਰੂ ਨਾਨਕ ਦੇ ਘਰ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦਾ ਮਾਣ ਸਤਿਕਾਰ ਆਦਰ ਕੀਤਾ ਜਾਂਦਾ ਹੈ। ਇਹ ਤੇ ਪਖੰਡੀ ਹੈ, ਇਹਨੂੰ ਕੋਈ ਭੇਟਾ ਦੇਣ ਦੀ ਲੋੜ ਨਹੀਂ। ਕੱਲ੍ਹ ਇਹਦਾ ਪਾਜ ਸਾਰੀ ਸੰਗਤ ਦੇ ਸਾਹਮਣੇ ਆਪੇ ਉਗੜ ਜਾਏਗਾ। ਰੋ ਵਿਚਾਰ ਅਗਲਾ ਦਿਨ ਹੋਇਆ। ਉਸ ਸਾਧੂ ਨੂੰ ਉਹ ਗੁਰੂ ਕਾ ਸਿੱਖ ਆਪਣੇ ਘਰ ਲੈ ਕੇ ਗਿਆ। ਸਿੱਖ ਵਿਚਾਰਾ ਗਰੀਬੜਾ ਜਿਹਾ ਸੀ,
ਉਹਨੇ ਸਰਦਾ ਬਣਦਾ ਜਿਹੜਾ ਰੁੱਖਾ ਮਿੱਸਾ ਭੋਜਨ ਹੈ ਉਹ ਉਸ ਸਾਧੂ ਦੇ ਸਾਹਮਣੇ ਥਾਲ ਵਿੱਚ ਪਰੋਸ ਕੇ ਰੱਖ ਦਿੱਤਾ। ਮਿੱਸੇ ਪ੍ਰਸ਼ਾਦੇ ਰੱਖ ਦਿੱਤੇ, ਨਾਲ ਠੰਡੇ ਪਾਣੀ ਦਾ ਗਿਲਾਸ ਰੱਖ ਦਿੱਤਾ। ਤੇ ਉਹ ਜਿਹੜਾ ਸਾਧੂ ਸੀ ਬੋਲ ਤੇ ਸਕਦਾ ਨਹੀਂ ਸੀ ਕਿਉਂਕਿ ਮੌਨ ਧਾਰਨ ਕੀਤਾ ਹੋਇਆ ਹੈ, ਪਰ ਮਨ ਕਰਕੇ ਉਹਦੇ ਕੋਲੋਂ ਚੁੱਪ ਵੀ ਨਾ ਰਿਹਾ ਗਿਆ। ਮਨ ਦੇ ਵਿੱਚ ਫੁਰਨੇ ਬਣ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਿੰਨੇ ਝੂਠੇ ਨੇ, ਆਪਣੇ ਗੁਰੂ ਦਾ ਕੋਈ ਹੁਕਮ ਨਹੀਂ ਮੰਨਦੇ। ਗੁਰੂ ਨੇ ਆਖਿਆ ਸੀ 36 ਪ੍ਰਕਾਰ ਦੇ ਭੋਜਨ ਕੜਾਹ ਪੂੜੀਆਂ ਤਿਆਰ ਕਰਕੇ ਛਕਾਈ, ਤੇ ਇਹਨੇ ਮੇਰੇ ਅੱਗੇ ਮਿੱਸੇ ਪ੍ਰਸ਼ਾਦੇ ਤੇ ਪਾਣੀ ਰੱਖ ਦਿੱਤਾ ਹੈ। ਸਰੀਰ ਕਰਕੇ ਤੇ ਚੁੱਪ ਹੈ, ਪਰ ਮਨ ਕਰਕੇ ਅਨੇਕ ਸਵਾਲ ਉਹਦੇ ਮਨ ਵਿੱਚ ਉੱਠ ਰਹੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨਣ ਵਾਲੇ ਉਸ ਗੁਰਸਿੱਖ ਨੇ ਸਾਧੂ ਦੇ ਹੱਥ ਧੁਆਏ, ਪ੍ਰਸ਼ਾਦਾ ਅੱਗੇ ਰੱਖ ਦਿੱਤਾ, ਪਾਣੀ ਦਾ ਗਿਲਾਸ ਰੱਖ ਦਿੱਤਾ, ਤੇ ਸਾਧੂ ਨੂੰ ਕਹਿੰਦਾ ਕਿ ਮਹਾਂਪੁਰਖੋ ਜੇ ਪ੍ਰਸ਼ਾਦਾ ਛਕਿਓ ਨਾ, ਮੈਂ ਅਚਾਰ ਲੈ ਕੇ ਆਉਣਾ। ਤੇ ਜਦੋਂ ਉਹ ਸਿੱਖ ਅਚਾਰ ਲੈਣ ਵਾਸਤੇ ਅੰਦਰ ਨੂੰ ਤੁਰਿਆ, ਉਸ ਸਾਧੂ ਨੇ ਵੇਖਿਆ ਕਿ ਸਾਹਮਣੇ ਇੱਕ ਕੁੱਤਾ ਖੜਾ ਹੈ, ਤੇ ਕਾਹਲੀ ਨਾਲ ਉਹ ਪ੍ਰਸ਼ਾਦੇ ਚੁੱਕ ਕੇ ਮਿੱਸੇ ਪ੍ਰਸ਼ਾਦੇ ਉਸ ਕੁੱਤੇ ਅੱਗੇ ਸੁੱਟ ਦਿੱਤੇ। ਉਹ ਕੁੱਤਾ ਤੇ ਪ੍ਰਸ਼ਾਦਾ ਛਕ ਕੇ ਤੁਰ ਗਿਆ। ਸਾਧੂ ਆਇਆ, ਸਿੱਖ ਆਇਆ, ਸਾਧੂ ਕਹਿੰਦੇ ਬੜੀ ਭੁੱਖ ਲੱਗੀ ਸੀ। ਉਹਨੇ ਮਨ ਵਿੱਚ ਇਸ ਤਰ੍ਹਾਂ ਦੀ ਵਿਚਾਰ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਮੈਂ ਪ੍ਰਸ਼ਾਦੇ ਛਕ ਲਏ। 7 ਬਚਨ ਕਹਿ ਕੇ ਸਿੱਖ ਨੇ ਹੱਥ ਸੁੱਚੇ ਕਰਾਏ ਤੇ ਵਾਪਸ ਲੈ ਕੇ ਆ ਗਿਆ, ਕੋਈ ਭੇਟਾ ਨਾ ਦਿੱਤੀ। ਤੇ ਜਦੋਂ ਸੰਗਤ ਵਿੱਚ ਆਇਆ, ਉਹ ਸਾਧੂ ਜਿਹੜਾ ਸੀ ਉਹਦੇ ਮਨ ਵਿੱਚ ਸੀ ਕਿ ਹੁਣ ਮੈਂ ਸਤਿਗੁਰੂ ਜੀ ਨੂੰ ਉਲਾਮਾ ਦੇਣਾ ਹੈ, ਪਰ ਉਲਾਮਾ ਕਿਵੇਂ ਦੇਵਾਂ? ਬੋਲ ਸਕਦਾ ਨਹੀਂ ਸੀ। ਇਸ਼ਾਰਿਆਂ ਦੀ ਭਾਸ਼ਾ ਨਾਲ ਗੁਰੂ ਸਾਹਿਬ ਜੀ ਨੂੰ ਉਲਾਮਾ ਦੇਣ ਲੱਗਾ। ਇੰਨੇ ਨੂੰ ਉਹ ਗੁਰੂ ਕਾ ਸਿੱਖ ਵੀ ਆਣ ਪਹੁੰਚਿਆ। ਜਦੋਂ ਉਹ ਗੁਰੂ ਕਾ ਸਿੱਖ ਆਇਆ, ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ, ਤੇ ਉਸ ਸਿੱਖ ਨੂੰ ਸੰਬੋਧਨ ਹੋ ਕੇ ਗੁਰੂ ਸਾਹਿਬ ਜੀ ਕਹਿਣ ਲੱਗੇ, ਸਿੱਖਾ ਤੂੰ ਇਸ ਮਹਾਨ ਸਾਧੂ ਦੀ ਬੜੀ ਸੇਵਾ ਕੀਤੀ ਹੈ, ਤੂੰ ਬੜੇ ਪਿਆਰ ਨਾਲ ਇਹਨੂੰ 36 ਪ੍ਰਕਾਰ ਦੇ ਭੋਜਨ ਛਕਾਏ ਨੇ, ਤੇ ਸੁਣਿਆ ਤੂੰ 25 ਰੁਪਏ ਭੇਟਾ ਵੀ ਇਸ ਸਾਧੂ ਨੂੰ ਦਿੱਤੀ ਹੈ, ਤੂੰ ਬੜਾ ਬਚਨ ਕਮਾਇਆ ਹੈ, ਤੂੰ ਬੜੀ ਸਿੱਖੀ ਕਮਾਈ ਹੈ। ਤੇ ਜਦੋਂ ਸਤਿਗੁਰੂ ਜੀ ਨੇ ਉਸ ਸਿੱਖ ਦੀ ਉਸਤਤ ਕੀਤੀ ਨਾ, ਉਸ ਸਿੱਖ ਦੀ ਵਡਿਆਈ ਕੀਤੀ, ਉਹਦਾ ਜਸ ਕੀਤਾ, ਤੇ ਜਿਹੜਾ ਮੌਨ ਦਾ ਪਖੰਡ ਕਰਕੇ ਬੈਠਾ ਹੋਇਆ ਸਾਧੂ ਸੀ ਉਹਦੇ ਕੋਲੋਂ ਰਿਹਾ ਨਾ ਗਿਆ। ਇੱਕਦਮ ਆਪਣੇ ਮੌਨ ਨੂੰ ਤੋੜਦਾ ਹੋਇਆ ਬੋਲਿਆ, ਕਹਿਣ ਲੱਗਾ, ਸਤਿਗੁਰੂ ਜੀ ਐਵੇਂ ਸੰਗਤ ਵਿੱਚ ਝੂਠ ਨਾ ਬੋਲੋ, ਇਹ ਤੁਹਾਡਾ ਸਿੱਖ ਕੋਈ ਤੁਹਾਡਾ ਬਚਨ ਨਹੀਂ ਜੇ ਮੰਨਦਾ। ਇਹਨੇ ਮੈਨੂੰ ਖੀਰ ਪੂੜੀਆਂ ਤੇ ਕੀ ਛਕਾਉਣੇ ਸੀ, ਇਹਨੇ ਤੇ ਮਿੱਸੇ ਪ੍ਰਸ਼ਾਦੇ ਮੇਰੇ ਅੱਗੇ ਰੱਖ ਦਿੱਤੇ। 1-2 ਬੁਰਕੀਆਂ ਮੈਂ ਪਾਣੀ ਦੇ ਘੁੱਟਾਂ ਨਾਲ ਆਪ ਛਕੀਆਂ ਤੇ ਬਾਕੀ ਕੁੱਤੇ ਅੱਗੇ ਸੁੱਟ ਦਿੱਤੇ। ਤੇ ਸਤਿਗੁਰੂ ਜੀ 25 ਰੁਪਏ ਤੇ ਇਹਨੇ ਕੀ ਦੇਣੇ ਸੀ, ਇਹਨੇ ਤੇ 25 ਪੈਸੇ ਵੀ ਮੈਨੂੰ ਭੇਟਾ ਨਾ ਦਿੱਤੀ। ਤੇ ਜਦੋਂ ਉਸ ਮੋਨੀ ਸਾਧੂ ਨੇ ਇੱਕਦਮ ਆਪਣੇ ਮੌਨ ਨੂੰ ਤੋੜਦਿਆਂ ਐਸੇ ਬਚਨ ਆਖੇ, ਤੇ ਸਾਰੀ ਸੰਗਤ ਇੱਕਦਮ ਖਿੜਖਿੜਾ ਕੇ ਹੱਸਣ ਲੱਗ ਪਈ ਕਿ ਕੱਲ ਤੇ ਮੋਨੀ ਸਾਧੂ ਆਪਣੇ ਮੌਨ ਦਾ ਟਕਵੰਜ ਰਚਦਾ ਤੇ ਸੰਗਤਾਂ ਨੂੰ ਭਰਮਾਉਂਦਾ ਸੀ ਕਿ ਮੇਰੇ ਵਰਗਾ ਮੋਨੀ ਸਾਧੂ ਕੋਈ ਨਹੀਂ, ਤੇ ਅੱਜ ਇਹਨੇ ਆਪਣਾ ਮੌਨ ਤੋੜ ਵੀ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ, ਕਹਿਣ ਲੱਗੇ, ਸਾਧੂ ਜੀ ਸਾਡੇ ਸਿੱਖ ਸੱਚੇ ਨੇ, ਸਾਡੇ ਸਿੱਖ ਕਦੇ ਸਾਡਾ ਬਚਨ ਨਹੀਂ ਮੋੜਦੇ। ਸਾਡੇ ਸਿੱਖ ਜਿਹੜੇ ਨੇ ਇਹਨਾਂ ਨੇ ਸਿੱਖੀ ਕਮਾਈ ਹੈ, ਇਹ ਸਾਡੇ ਬਚਨਾਂ ਤੇ ਪਹਿਰਾ ਦੇਣ ਵਾਲੇ ਸਿੱਖ ਨੇ, ਪਰ ਅਸੀਂ ਆਪ ਸਿੱਖ ਨੂੰ ਤੁਹਾਡੀ ਸੇਵਾ ਇਸ ਢੰਗ ਨਾਲ ਕਰਨ ਦਾ ਬਚਨ ਆਖਿਆ ਸੀ ਕਿ ਤੁਹਾਡਾ ਪਾ ਜੁਗੜ ਸਕੇ, ਕਿ ਤੁਸੀਂ ਬਾਹਰੀ ਤੌਰ ਤੇ ਜ਼ੁਬਾਨ ਕਰਕੇ ਮੌਨ ਧਾਰਿਆ ਹੋਇਆ, ਪਰ ਤੁਹਾਡਾ ਮਨ ਅਜੇ ਚੁੱਪ ਨਹੀਂ ਹੈ। ਜਿੰਨਾ ਚਿਰ ਮਨ ਚੁੱਪ ਨਹੀਂ, ਉਹਨਾਂ ਚਿਰ ਸਤਿਗੁਰੂ ਜੀ ਕਹਿੰਦੇ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਬਾਹਰੀ ਤੌਰ ਤੇ ਮੌਨ ਧਾਰਨ ਕਰ ਲੈਣ ਨਾਲ ਕੋਈ ਚੁੱਪ ਨਹੀਂ ਹੋ ਸਕਦਾ। ਗੁਰੂ ਘਰ ਦੇ ਵਿੱਚ ਮਨ ਦੀ ਚੁੱਪ ਨੂੰ ਪ੍ਰਵਾਨ ਕੀਤਾ ਗਿਆ ਕਿ ਤੂੰ ਮਨ ਕਰਕੇ ਚੁੱਪ ਹੋ, ਪਰਮੇਸ਼ਰ ਦੇ ਨਾਮ ਨਾਲ ਜੁੜ, ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ, ਤੇ ਤੈਨੂੰ ਸਚਿਆਰ ਹੋਣ ਦਾ ਜਿਹੜਾ ਢੰਗ ਹੈ ਉਹ ਪ੍ਰਾਪਤ ਹੋਏਗਾ, ਤੂੰ ਸਚਿਆਰ ਬਣ ਜਾਏਗਾ। ਸਤਿਗੁਰੂ ਜੀ ਕਹਿੰਦੇ ਨਾ ਸੁਚਮਤਾ ਨਾਲ ਸਚਿਆਰ ਹੋਇਆ ਜਾਣਾ, ਨਾ ਜ਼ੁਬਾਨ ਦੀ ਚੁੱਪ ਸਚਿਆਰ ਕਰ ਸਕਦੀ ਹੈ। ਤੇ ਤੀਸਰਾ ਬਚਨ ਸਤਿਗੁਰੂ ਜੀ ਕਹਿੰਦੇ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜਿੰਨੀਆਂ ਪੁਰੀਆਂ ਨੇ, ਸੌਖੇ ਸ਼ਬਦਾਂ ਵਿੱਚ ਆਖਾਂ ਕਿ ਇਸ ਧਰਤੀ ਦੀ ਗੱਲ ਕਰ ਲਈਏ ਕਿ ਜਿੰਨੇ ਧਰਤੀ ਦੇ ਦੇਸ਼ ਨੇ, ਸਾਰੇ ਦੇਸ਼ਾਂ ਦਾ ਧਨ ਇਕੱਠਾ ਕਰ ਦਿੱਤਾ ਜਾਏ ਤੇ ਉਸ ਧਨ ਦੀਆਂ ਪੰਡਾਂ ਬੰਨ੍ਹ ਕੇ ਸਤਿਗੁਰੂ ਜੀ ਕਹਿੰਦੇ ਇੱਕ ਮਨੁੱਖ ਨੂੰ ਦੇ ਦਿੱਤੀਆਂ ਜਾਣ,
ਤੇ ਸਾਰੇ ਦੇਸ਼ਾਂ ਦਾ ਧਨ ਦੌਲਤ ਪ੍ਰਾਪਤ ਕਰਕੇ ਵੀ ਕੋਈ ਆਕੇ ਕਿ ਮੈਂ ਰੱਜ ਗਿਆ ਤੇ ਸਤਿਗੁਰੂ ਜੀ ਕਹਿੰਦੇ ਝੂਠ ਬੋਲਦਾ ਹੈ, ਕਿਉਂਕਿ ਭਾਵੇਂ ਸਾਰੀਆਂ ਪੁਰੀਆਂ ਦੀਆਂ ਪੰਡਾਂ ਬੰਨ ਕੇ ਧਨ ਦੇ ਦਿੱਤਾ ਜਾਏ, ਮਨੁੱਖੀ ਮਨ ਕਦੇ ਵੀ ਰੱਜਦਾ ਨਹੀਂ। ਮਨੁੱਖੀ ਮਨ ਜਿਹੜਾ ਹੈ ਇਹ ਸਦਾ ਭੁੱਖਾ ਹੀ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਧਨ ਦੀਆਂ ਪੰਡਾਂ ਬੰਨ ਕੇ ਦੇ ਦੇਣ ਨਾਲ ਵੀ ਬੰਦੇ ਦੇ ਮਨ ਦੀ ਭੁੱਖ ਜਿਹੜੀ ਉਤਰਦੀ ਨਹੀਂ। ਕਹਿੰਦੇ ਇੱਕ ਮਨੁੱਖ ਕਿਸੇ ਸਾਧੂ ਦੇ ਕੋਲ ਗਿਆ ਕਿ ਮਹਾਂਪੁਰਖੋ, ਮੈਂ ਬੜਾ ਗਰੀਬ ਹਾਂ ਤੇ ਤੁਸੀਂ ਕੋਈ ਮੈਨੂੰ ਸਾਧਨ ਦੱਸੋ ਕਿ ਮੈਂ ਅਮੀਰ ਹੋ ਜਾਵਾਂ, ਮੇਰੇ ਕੋਲ ਧਨ ਦੌਲਤ ਪ੍ਰਾਪਤ ਹੋ ਜਾਏ। ਉਸ ਸਾਧੂ ਨੇ ਉਸ ਸ਼ਰਧਾਲੂ ਨੂੰ 4 ਮੋਮਬੱਤੀਆਂ ਦਿੱਤੀਆਂ। ਕਹਿੰਦੇ ਆ ਮੋਮਬੱਤੀਆਂ ਲੈ ਜਾ, ਅੰਮ੍ਰਿਤ ਵੇਲੇ ਉੱਠੀ, 1 ਮੋਮਬੱਤੀ ਜਗਾਈ ਤੇ ਦੱਖਣ ਦਿਸ਼ਾ ਵੱਲ ਤੁਰ ਜਾਈ। ਦੱਖਣ ਦਿਸ਼ਾ ਵਿੱਚ ਜਾ ਕੇ ਜਿੱਥੇ ਮੋਮਬੱਤੀ ਬੁਝ ਜਾਏਗੀ ਉੱਥੋਂ ਧਰਤੀ ਨੂੰ ਖੋਜੀ, ਤੈਨੂੰ ਕੁਝ ਨਾ ਕੁਝ ਧਨ ਦੌਲਤ ਜ਼ਰੂਰ ਪ੍ਰਾਪਤ ਹੋਏਗੀ। ਤੇ ਇੱਕ ਕੰਮ ਕਰੀ, ਦੂਸਰੇ ਦਿਨ ਦੂਜੀ ਮੋਮਬੱਤੀ ਲੈ ਕੇ ਦੂਜੀ ਦਿਸ਼ਾ ਵੱਲ ਤੁਰ ਜਾਈ, ਜਿੱਥੇ ਮੋਮਬੱਤੀ ਬੁਝੇਗੀ ਉੱਥੋਂ ਜਾ ਕੇ ਜ਼ਮੀਨ ਖੋਦੀ, ਕੁਝ ਨਾ ਕੁਝ ਪ੍ਰਾਪਤ ਹੋਏਗਾ। ਪਰ ਯਾਦ ਰੱਖ, ਤੀਜੇ ਦਿਨ ਤੀਜੀ ਮੋਮਬੱਤੀ ਲੈ ਜਾਈ, ਤੀਜੀ ਦਿਸ਼ਾ ਵੱਲ ਜਾਈ, ਜਿੱਥੇ ਮੋਮਬੱਤੀ ਬੁਝੇਗੀ ਉੱਥੋਂ ਤੈਨੂੰ ਕੁਝ ਨਾ ਕੁਝ ਪ੍ਰਾਪਤ ਹੋਏਗਾ। ਪਰ ਇੱਕ ਗੱਲ ਯਾਦ ਰੱਖੀ, ਚੌਥੀ ਮੋਮਬੱਤੀ ਨਾ ਜਗਾਉਣੀ ਹੈ, ਨਾ ਇਹਨੂੰ ਲੈ ਕੇ ਚੌਥੀ ਦਿਸ਼ਾ ਵੱਲ ਜਾਣਾ ਹੈ। ਜੇ ਜਾਏਗਾ ਤੇਰਾ ਸਾਰਾ ਕੁਝ ਬਰਬਾਦ ਹੋ ਜਾਏਗਾ। ਜੇ ਚੌਥੀ ਮੋਮਬੱਤੀ ਜਗਾਏਗਾ ਤੇ ਤੇਰਾ ਘਰ ਆਇਆ ਧਨ ਵੀ ਤੇਰੇ ਪੱਲੇ ਨਹੀਂ ਪਏਗਾ। ਸਾਧੂ ਦੇ ਬਚਨ ਮੰਨੇ। ਉਹ ਜਿਹੜਾ ਸਾਧੂ ਦਾ ਸੇਵਕ ਹੈ ਆਪਣੇ ਘਰ ਗਿਆ। ਅਗਲਾ ਦਿਨ ਚੜ੍ਹਿਆ, ਉੱਠਿਆ ਅੰਮ੍ਰਿਤ ਵੇਲੇ, ਮੋਮਬੱਤੀ ਜਗਾਈ ਤੇ ਉੱਤਰ ਦਿਸ਼ਾ ਵੱਲ ਤੁਰ ਗਿਆ। ਜਿੱਥੇ ਜਾ ਕੇ ਮੋਮਬੱਤੀ ਬੁਝੀ ਉੱਥੇ ਜਾ ਕੇ ਇਹਨੇ ਖੋਜ ਕੀਤੀ, ਧਰਤੀ ਨੂੰ ਖੋਦਿਆ, ਉੱਥੋਂ ਇੱਕ ਘੜਾ ਲੱਭਾ ਜਿਹਦੇ ਵਿੱਚ ਸੋਨੇ ਚਾਂਦੀ ਦੀਆਂ ਮੋਹਰਾਂ ਭਰੀਆਂ ਹੋਈਆਂ ਨੇ। ਉਹ ਮੋਹਰਾਂ ਵਾਲਾ ਘੜਾ ਚੁੱਕ ਕੇ ਘਰ ਲੈ ਆਇਆ। ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ ਕਿ ਅੱਜ ਮੇਰੇ ਕੋਲ ਬਹੁਤ ਸਾਰਾ ਧਨ ਆ ਗਿਆ ਹੈ। ਸਾਰਾ ਦਿਨ ਖੁਸ਼ੀ ਦੇ ਵਿੱਚ ਫੁੱਲਿਆ ਨਾ ਸਮਾਵੇ। ਰਾਤ ਪਈ, ਅਗਲਾ ਦਿਨ ਚੜ੍ਹਿਆ ਤੇ ਅਗਲੇ ਦਿਨ ਦੂਜੀ ਮੋਮਬੱਤੀ ਅੰਮ੍ਰਿਤ ਵੇਲੇ ਜਗਾਈ। ਜਿੱਥੇ ਜਾ ਕੇ ਮੋਮਬੱਤੀ ਬੁਝੀ ਉੱਥੇ ਜਾ ਕੇ ਧਰਤੀ ਖੋਜੀ ਤੇ ਉੱਥੇ ਹੀਰੇ ਰਤਨਾਂ ਨਾਲ ਭਰਿਆ ਹੋਇਆ ਇੱਕ ਘੜਾ ਇਹਨੂੰ ਪ੍ਰਾਪਤ ਹੋ ਗਿਆ। ਜਦੋਂ ਉਹ ਘੜਾ ਲੈ ਕੇ ਘਰ ਆਇਆ, ਬੜਾ ਖੁਸ਼, ਬੜਾ ਪ੍ਰਸੰਨ ਹੈ ਕਿ ਲਹਿਰਾਂ ਬਹਿਰਾਂ ਹੋ ਗਈਆਂ, ਕਈ ਪੀੜ੍ਹੀਆਂ ਤੱਕ ਖਾਂਦੇ ਰਹਿਣਗੇ ਤੇ ਧਨ ਮੁੱਕਣ ਵਾਲਾ ਨਹੀਂ। ਤੀਜੇ ਦਿਨ ਤੀਜੀ ਮੋਮਬੱਤੀ ਜਗਾਈ, ਤੀਜੀ ਦਿਸ਼ਾ ਵੱਲ ਤੁਰ ਗਿਆ। ਜਿੱਥੇ ਮੋਮਬੱਤੀ ਬੁਝੀ ਉੱਥੇ ਜਾ ਕੇ ਧਰਤੀ ਖੋਜੀ, ਉੱਥੋਂ ਵੀ ਇਹਨੂੰ ਬਹੁਤ ਸਾਰਾ ਧਨ ਪ੍ਰਾਪਤ ਹੋਇਆ। ਤੇ ਜਦੋਂ ਚੌਥਾ ਦਿਨ ਆਇਆ ਤੇ ਮਨ ਵਿੱਚ ਤ੍ਰਿਸ਼ਨਾ ਪੈਦਾ ਹੋ ਗਈ ਕਿ ਮਣਾ, ਜੇ 3 ਮੋਮਬੱਤੀਆਂ ਜਗਾ ਕੇ 3 ਦਿਸ਼ਾ ਵਿੱਚ ਗਿਆ, ਬਹੁਤ ਸਾਰਾ ਧਨ ਪ੍ਰਾਪਤ ਹੋਇਆ। ਹੋ ਸਕਦਾ ਸਾਧੂ ਨੇ ਚੌਥੀ ਦਿਸ਼ਾ ਵਿੱਚ ਆਪਣੇ ਲਈ ਧਨ ਸਾਂਭ ਕੇ ਰੱਖਿਆ ਹੋਵੇ, ਤੇ ਕਿਉਂ ਨਾ ਮੈਂ ਚੌਥੀ ਦਿਸ਼ਾ ਵਿੱਚ ਪਿਆ ਧਨ ਵੀ ਜਿਹੜਾ ਹੈ ਉਹ ਉੱਥੋਂ ਖੋਹ ਲਿਆਵਾਂ, ਕੱਢ ਲਿਆਵਾਂ, ਖੋਜ ਕੇ ਲੱਭ ਲਿਆਵਾਂ। ਵੇਖੋ ਮਨ ਦੀ ਤ੍ਰਿਸ਼ਨਾ ਨੇ ਐਸਾ ਮਨ ਤੇ ਪੜਦਾ ਪਾਇਆ। ਕਹਿੰਦੇ ਚੌਥੀ ਮੋਮਬੱਤੀ ਜਗਾ ਕੇ ਜਦੋਂ ਚੌਥੀ ਦਿਸ਼ਾ ਵੱਲ ਗਿਆ, ਜਿੱਥੇ ਇਹਨੇ ਜਾ ਕੇ ਮੋਮਬੱਤੀ ਬੁਝੀ, ਧਰਤੀ ਖੋਜੀ, ਧਰਤੀ ਨੂੰ ਪੁੱਟਿਆ ਤੇ ਥੱਲਿਓਂ ਇੱਕ ਦਰਵਾਜ਼ਾ ਨਿਕਲਿਆ। ਉਸ ਦਰਵਾਜ਼ੇ ਦੇ ਰਾਹੀਂ ਜਦੋਂ ਅੰਦਰ ਪ੍ਰਵੇਸ਼ ਕੀਤਾ, ਇੱਕ ਬੜਾ ਵੱਡਾ ਕਮਰਾ ਸੀ। ਉਸ ਕਮਰੇ ਦੇ ਵਿੱਚ ਹੀਰੇ ਜਵਾਹਰਾਤ, ਸੋਨਾ ਚਾਂਦੀ, ਇਹਨਾਂ ਚੀਜ਼ਾਂ ਨਾਲ ਉਹ ਕਮਰਾ ਭਰਿਆ ਪਿਆ ਸੀ। ਮਨ ਵਿੱਚ ਆਇਆ, ਮਨਾ ਇਸੇ ਕਰਕੇ ਸਾਧੂ ਮੈਨੂੰ ਇਸ ਦਿਸ਼ਾ ਵੱਲ ਆਉਣ ਤੋਂ ਰੋਕਦਾ ਸੀ। ਇੱਥੇ ਤੇ ਭੰਡਾਰ ਭਰੇ ਪਏ ਨੇ ਦੌਲਤ ਦੇ, ਇਹ ਦੌਲਤ ਲੈ ਜਾਵਾਂ ਤੇ ਮੇਰੇ ਤੇ ਕਈ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ। ਇੰਨੇ ਨੂੰ ਜਦੋਂ ਇਹ ਸੋਚਦਾ ਹੀ ਸੀ ਕਿ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਕਹਿਣ ਲੱਗੇ, ਪੁਰਖਾ ਸਾਡੀ ਕੁਝ ਸਹਾਇਤਾ ਕਰੀ, ਅਸੀਂ ਇੱਥੇ ਮੁਸੀਬਤ ਵਿੱਚ ਹਾਂ। ਇਸ ਨੇ ਆਸੇ ਪਾਸੇ ਵੇਖਿਆ। ਕੀ ਵੇਖਦਾ? ਇੱਕ ਮਨੁੱਖ ਖੜਾ ਹੈ, ਉਹਨੇ ਉਤਾਂਹ ਨੂੰ ਛੱਤ ਨੂੰ ਹੱਥ ਲਾਏ ਹੋਏ ਨੇ ਤੇ ਇੰਜ ਲੱਗਦਾ ਕਿ ਜਿਵੇਂ ਬੜੀ ਮੁਸੀਬਤ ਵਿੱਚ ਹੈ। ਇਹ ਜਿਹੜਾ ਤ੍ਰਿਸ਼ਨਾਲੂ ਪੁਰਖ ਸੀ, ਉਸ ਮਨੁੱਖ ਦੇ ਕੋਲ ਗਿਆ ਜਿਹੜਾ ਛੱਤ ਵੱਲ ਹੱਥ ਲਾ ਕੇ ਖੜਾ ਹੈ। ਉਹਦੇ ਕੋਲ ਜਾ ਕੇ ਪੁੱਛਦਾ, ਦੱਸੋ ਕੀ ਹੁਕਮ ਹੈ, ਕੀ ਸੇਵਾ ਹੈ? ਤੇ ਉਹ ਜਿਹੜਾ ਮਨੁੱਖ ਛੱਤ ਨੂੰ ਹੱਥ ਲਾ ਕੇ ਖੜਾ ਸੀ ਨਾ, ਕਹਿੰਦੇ ਆ ਛੱਤ ਨੂੰ ਕੁਝ ਸਮਾਂ ਹੱਥ ਲਾ ਕੇ ਰੁਕੀ, ਮੈਂ ਹੁਣੇ ਆਉਂਦਾ। ਜਦੋਂ ਇਸ ਤ੍ਰਿਸ਼ਨਾਲੂ ਬੰਦੇ ਨੇ ਛੱਤ ਨੂੰ ਹੱਥ ਲਾਏ
ਤੇ ਇੱਕਦਮ ਛੱਤ ਦਾ ਸਾਰਾ ਭਾਰ ਇਹਦੇ ਹੱਥਾਂ ਤੇ ਪੈ ਗਿਆ। ਤੇ ਜਿਹੜਾ ਪਹਿਲਾਂ ਉਸ ਛੱਤ ਥੱਲੇ ਖੜਾ ਮਨੁੱਖ ਸੀ ਨਾ, ਉਹ ਕਹਿਣ ਲੱਗਾ, ਭਾਈ ਮੈਂ ਵੀ ਤੇਰੇ ਵਰਗਾ ਬੜਾ ਤ੍ਰਿਸ਼ਨਾਲੂ ਤੇ ਲਾਲਚੀ ਬਿਰਤੀ ਦਾ ਮਾਲਕ ਸੀ। ਮੈਨੂੰ ਵੀ ਇੱਕ ਸਾਧੂ ਨੇ ਮੋਮਬੱਤੀਆਂ ਦੇ ਕੇ ਕਿਹਾ ਸੀ ਕਿ 3 ਦਿਸ਼ਾ ਵੱਲ ਜਾਈਂ ਤੇ ਚੌਥੀ ਦਿਸ਼ਾ ਵੱਲ ਨਾ ਜਾਈਂ, ਪਰ ਮੇਰੀ ਤ੍ਰਿਸ਼ਨਾ ਨੇ ਮੈਨੂੰ ਟਿਕਣ ਨਾ ਦਿੱਤਾ। ਚੌਥੀ ਦਿਸ਼ਾ ਵੱਲ ਆਇਆ ਤੇ ਇਸ ਕਮਰੇ ਵਿੱਚ ਆ ਛੱਤ ਦਾ ਭਾਰ ਝੱਲਣਾ ਪੈ ਗਿਆ। ਪਹਿਲਾਂ ਕਮਾਇਆ ਹੋਇਆ ਧਨ ਵੀ ਵਿਅਰਥ ਹੋ ਗਿਆ। ਹੁਣ ਜਦ ਤੱਕ ਕੋਈ ਤੇਰੇ ਵਰਗਾ ਤ੍ਰਿਸ਼ਨਾਲੂ ਨਹੀਂ ਆਉਂਦਾ, ਤਦ ਤੱਕ ਤੈਨੂੰ ਇਸੇ ਹੀ ਕਮਰੇ ਵਿੱਚ, ਇਸੇ ਛੱਤ ਥੱਲੇ ਜਿਹੜਾ ਖੜਾ ਰਹਿਣਾ ਪਏਗਾ। ਕੋਈ ਤੇਰੇ ਵਰਗਾ ਭੁੱਖਾ ਬੰਦਾ ਆਏਗਾ, ਤੈਨੂੰ ਛੁਟਕਾਰਾ ਦਿਵਾਏਗਾ, ਤਦ ਤੱਕ ਤੈਨੂੰ ਇਸੇ ਛੱਤ ਥੱਲੇ ਖੜੇ ਰਹਿਣਾ ਪਏਗਾ। ਤੇ ਵੇਖੋ ਉਸ ਦੀ ਤ੍ਰਿਸ਼ਨਾ, ਉਸ ਦੀ ਮਾਇਆ ਦੀ ਭੁੱਖ ਨੇ ਉਹਦਾ ਪਹਿਲਾ ਕਮਾਇਆ ਹੋਇਆ ਧਨ ਜਿਹੜਾ ਸੀ ਉਹ ਵੀ ਉਹਦੇ ਕੰਮ ਨਾ ਆਉਣ ਦਿੱਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜਿਹੜਾ ਮਨੁੱਖ ਹੈ, ਚਾਹੇ ਸਾਰੀ ਸ੍ਰਿਸ਼ਟੀ ਦਾ ਧਨ ਜਿਹੜਾ ਹੈ ਇਹਨੂੰ ਪੰਡਾ ਬੰਨ ਕੇ ਦੇ ਦਿਓ, ਇਹਦੇ ਮਨ ਦੀ ਭੁੱਖ ਕਦੇ ਉਤਰਦੀ ਨਹੀਂ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਤਿਗੁਰੂ ਜੀ ਕਹਿੰਦੇ, ਪੁਰੀਆਂ ਕਹਿੰਦੇ ਨੇ ਜਿਹੜੇ ਵੱਖ-ਵੱਖ ਦੇਵਤੇ ਨੇ ਨਾ ਜੀ, ਇਹਨਾਂ ਦੇਵਤਿਆਂ ਦੇ ਨਾਮ ਤੇ ਜਿਹੜੇ ਇਹਨਾਂ ਦੇ ਸਥਾਨ ਨੇ ਉਹਨਾਂ ਨੂੰ ਪੁਰੀਆਂ ਆਖਿਆ ਜਾਂਦਾ ਹੈ। ਜਿਹਦੇ ਵਿਸ਼ਨੂੰ ਜਿੱਥੇ ਰਹਿੰਦੇ ਉਹਨੂੰ ਵਿਸ਼ਨੂਪੁਰੀ ਆਖਿਆ ਜਾਂਦਾ ਹੈ, ਜਿੱਥੇ ਬ੍ਰਹਮਾ ਰਹਿੰਦੇ ਉਹਨੂੰ ਬ੍ਰਹਮਾਪੁਰੀ ਆਖਿਆ ਜਾਂਦਾ ਹੈ, ਜਿੱਥੇ ਸ਼ਿਵ ਜੀ ਰਹਿੰਦੇ ਉਹਨੂੰ ਸ਼ਿਵਪੁਰੀ ਆਖਿਆ ਜਾਂਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇਹਨਾਂ ਸਾਰੇ ਦੇਵਤਿਆਂ ਦੀਆਂ ਪੁਰੀਆਂ ਦਾ ਜਿਹੜਾ ਧਨ ਹੈ ਉਹ ਪੰਡਾ ਬੰਨ ਕੇ ਮਨੁੱਖ ਨੂੰ ਦੇ ਦਿੱਤਾ ਜਾਏ ਤਾਂ ਵੀ ਇਹਦੇ ਮਨ ਦੀ ਭੁੱਖ ਜਿਹੜੀ ਉਹ ਲੱਥ ਨਹੀਂ ਸਕਦੀ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਮਨ ਦੀ ਭੁੱਖ ਪਤਾ ਕਦੋਂ ਲੱਥਦੀ ਹੈ? ਸਤਿਗੁਰੂ ਜੀ ਕਹਿੰਦੇ, ਜਦੋਂ ਬੰਦੇ ਦੇ ਅੰਦਰ ਸੰਤੋਖ ਆ ਜੇ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਜਿੰਨਾ ਚਿਰ ਮਨ ਵਿੱਚ ਸੰਤੋਖ ਨਹੀਂ, ਸਤਿਗੁਰੂ ਜੀ ਕਹਿੰਦੇ ਕੋਈ ਰੱਜ ਨਹੀਂ ਸਕਦਾ। ਤੇ ਸੰਤੋਖ ਜਿੰਨਾ ਚਿਰ ਅੰਦਰ ਨਾਮ ਨਹੀਂ, ਉਹਨਾਂ ਚਿਰ ਬੰਦੇ ਦੇ ਅੰਦਰ ਸੰਤੋਖ ਨਹੀਂ ਆ ਸਕਦਾ। ਨਾਮ ਬਿਨਾ ਬਿਰਥੈ ਸਭ ਕਾਜੈ। ਜਿੰਨਾ ਚਿਰ ਅੰਦਰ ਨਾਮ ਨਹੀਂ, ਉਹਨਾਂ ਚਿਰ ਸੰਤੋਖ ਨਹੀਂ, ਤੇ ਜਿੰਨਾ ਚਿਰ ਸੰਤੋਖ ਨਹੀਂ, ਉਹਨਾਂ ਚਿਰ ਮਨ ਦੀ ਭੁੱਖ ਨਹੀਂ ਜੇ ਮਿਟਦੀ। ਸਤਿਗੁਰੂ ਜੀ ਕਹਿੰਦੇ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਾਰੀ ਸ੍ਰਿਸ਼ਟੀ ਦਾ ਧਨ ਕੋਲ ਆ ਜਾਏ ਤੇ ਸਤਿਗੁਰੂ ਜੀ ਕਹਿੰਦੇ ਮਨ ਦੀ ਭੁੱਖ ਨਹੀਂ ਜੇ ਮਿਟਦੀ। ਤੇ ਜਿੰਨਾ ਚਿਰ ਮਨ ਭੁੱਖਾ ਹੈ, ਉਹਨਾਂ ਚਿਰ ਮਨੁੱਖ ਸਚਿਆਰ ਨਹੀਂ ਬਣ ਸਕਦਾ, ਉਹਨਾਂ ਚਿਰ ਸੱਚ ਨਾਲ ਨਹੀਂ ਜੁੜ ਸਕਦਾ। ਔਰ ਚੌਥਾ ਬਚਨ ਜਿਹੜਾ ਚੌਥਾ ਉਸ ਸਮੇਂ ਸਚਿਆਰ ਹੋਣ ਦਾ ਢੰਗ ਅਪਣਾਇਆ ਗਿਆ, ਉਹ ਸੀ ਕਿ ਮਨੁੱਖ ਬਹੁਤ ਸਾਰਾ ਗਿਆਨ ਪ੍ਰਾਪਤ ਕਰ ਲਈ, ਬਹੁਤ ਸਾਰੀ ਸਿਆਣਪ, ਬਹੁਤ ਸਾਰੀਆਂ ਚਤੁਰਾਈਆਂ ਚਲਾਕੀਆਂ ਦਾ ਮਾਲਕ ਹੋਵੇ, ਬੜਾ ਸਿਆਣਾ ਮਨੁੱਖ ਹੋਵੇ, ਉਹਨੂੰ ਕਹਿੰਦੇ ਸੀ ਇਹ ਸਚਿਆਰ ਹੈ। ਤੇ ਬੜੇ ਲੋਕਾਂ ਨੇ ਉਸ ਸਮੇਂ ਵਿਦਿਆ ਪ੍ਰਾਪਤ ਕੀਤੀ, ਬੜੇ ਬੜੇ ਧਰਮ ਗ੍ਰੰਥਾਂ ਨੂੰ ਯਾਦ ਕੀਤਾ। ਰਾਵਣ ਵਰਗਿਆਂ ਨੇ 4 ਵੇਦ ਜਿਹੜੇ ਸੀ ਮੂੰਹ ਜ਼ੁਬਾਨੀ ਇਕੱਠ ਕੀਤੇ। ਬੜੇ ਬੜੇ ਇਸ ਸੰਸਾਰ 'ਤੇ ਬ੍ਰਾਹਮਣ ਪੰਡਤ ਵਿਦਵਾਨ ਹੋਏ, ਜਿਹੜੇ ਸਿਆਣੇ ਬਣਨ ਦਾ ਯਤਨ ਕਰਦੇ ਰਹੇ ਕਿ ਸਾਡੇ ਵਰਗਾ ਸਿਆਣਾ ਕੋਈ ਨਹੀਂ। ਪਰ ਗੁਰੂ ਸਾਹਿਬ ਜੀ ਕਹਿੰਦੇ, ਹਜ਼ਾਰਾਂ ਸਿਆਣਪਾਂ ਚਤੁਰਾਈਆਂ ਮਨੁੱਖ ਦੇ ਕੋਲ ਹੋਣ, ਰੱਬ ਦੇ ਘਰ ਇਹਨਾਂ ਚਤੁਰਾਈਆਂ ਸਿਆਣਪਾਂ ਦਾ, ਇਹਨਾਂ ਚਲਾਕੀਆਂ ਦਾ ਕੋਈ ਵੀ ਥਾਂ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਚਨ ਨੇ ਕਿ ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈਐ। ਇਹ ਚਤੁਰਾਈਆਂ, ਇਹ ਸਿਆਣਪਾਂ ਰੱਬ ਦੇ ਘਰ ਵਿੱਚ ਕਿਸੇ ਕੰਮ ਨਹੀਂ ਆਉਂਦੀਆਂ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਚਨ ਹੈ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਸਤਿਗੁਰੂ ਜੀ ਕਹਿੰਦੇ ਚਤੁਰਾਈਆਂ ਨਾਲ ਕਿਸੇ ਨੇ ਰੱਬ ਨੂੰ ਪ੍ਰਾਪਤ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ, ਸੱਸਾ ਸਿਆਣਪ ਛਾੜ ਇਆਨਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ, ਸਹਿ ਸੁਭਾਂਤ ਕਰੇ ਚਤੁਰਾਈ, ਸੰਗ ਤੁਹਾਰੈ ਏਕ ਨਾ ਜਾਈ। ਅਫਲਾਤੂ ਨਾਮ ਦਾ ਇੱਕ ਬੜਾ ਵਿਦਵਾਨ ਸੀ, ਕਹਿੰਦੇ ਅੰਗਰੇਜ਼ ਵਿਦਵਾਨ, ਬਹੁਤ ਪੁਰਾਣੀ ਇਹ ਗੱਲ ਹੈ। ਅਫਲਾਤੂ ਨਾਮ ਦਾ ਇੱਕ ਵਜ਼ੀਰ, ਇੱਕ ਮੰਤਰੀ ਸੀ ਕਿਸੇ ਰਾਜੇ ਦਾ, ਤੇ ਬੜਾ ਸਿਆਣਾ ਪੁਰਖ ਤੇ ਬੜਾ ਕਾਰੀਗਰ ਬੰਦਾ ਸੀ, ਬੜਾ ਵਿਦਵਾਨ, ਬੜਾ ਸਿਆਣ, ਬੜਾ ਚਾਤੁਰ ਚਲਾਕ ਸੀ। ਕਿਸੇ ਨੇ ਇਹਨੂੰ ਆਖਿਆ, ਜੇ ਤੈਨੂੰ ਮੌਤ ਆ ਜਾਏ ਤੇ ਤੂੰ ਬਚ ਸਕਦਾ? ਕਹਿੰਦਾ, ਮੌਤ ਮੇਰਾ ਕੁਝ ਵਿਗਾੜ ਨਹੀਂ ਸਕਦੀ। ਕਹਿੰਦਾ, ਕਿਉਂ? ਕਹਿੰਦਾ, ਮੇਰੇ ਕੋਲ ਢੰਗ ਹੈ ਮੌਤ ਤੋਂ ਬਚਣ ਦਾ। ਕਹਿੰਦੇ, ਉਹ ਕੀ? ਕਹਿੰਦੇ, ਜਦੋਂ ਜਮਰਾਜ ਮੈਨੂੰ ਲੈਣ ਆਉਣਗੇ, ਮੈਂ ਆਪਣੇ ਵਰਗੀਆਂ ਹਜ਼ਾਰਾਂ ਮੂਰਤੀਆਂ ਬਣਾ ਕੇ ਸਾਹਮਣੇ ਰੱਖ ਦਿਆਂਗਾ। ਜਮਰਾਜ ਨੂੰ ਪਛਾਣ ਹੀ ਨਹੀਂ ਆਉਣੀ ਕਿ ਅਸਲੀ ਅਫਲਾਤੂ ਕੌਣ ਹੈ ਤੇ ਮੂਰਤੀ ਕੌਣ ਹੈ। ਕਹਿੰਦੇ, ਇਸੇ ਤਰ੍ਹਾਂ ਇਹਨੇ ਕੀਤਾ। ਜਦੋਂ ਇਹਦੀ ਮੌਤ ਦਾ ਦਿਨ ਆਇਆ, ਇਹਨੇ ਆਪਣੇ ਵਰਗੇ ਕਈ ਅਫਲਾਤੂ ਤਿਆਰ ਕਰ ਦਿੱਤੇ, ਆਪਣੀਆਂ ਵਰਗੀਆਂ ਸੇਮ ਟੂ ਸੇਮ ਮੂਰਤੀਆਂ ਬਣਾ ਕੇ
ਲੈਣ ਸਿਰ ਖੜਾ ਕਰ ਦਿੱਤੀਆਂ ਤੇ ਉਹਨਾਂ ਮੂਰਤੀਆਂ ਦੇ ਵਿੱਚ ਆਪ ਵੀ ਖੜਾ ਹੋ ਗਿਆ। ਕਹਿੰਦੇ ਜਦੋਂ ਜਮਦੂਤ ਆਏ, ਇਹਦੀ ਮੌਤ ਦਾ ਦਿਨ ਆਇਆ, ਜਮਦੂਤ ਆਏ ਤੇ ਹਜ਼ਾਰਾਂ ਅਫਲਾਤੂ ਵੇਖ ਕੇ, ਇਹਦੀਆਂ ਮੂਰਤੀਆਂ ਵੇਖ ਕੇ ਭਰਮ ਗਏ ਕਿ ਅਸਲੀ ਅਫਲਾਤੂ ਕੌਣ ਹੈ। ਭਾਵੇਂ ਕਿ ਕਿਸੇ ਨੇ ਇਹ ਘਟਨਾ ਕਾਲਪਨਿਕ ਬਣਾਈ ਹੈ, ਪਰ ਸਮਝਣ ਵਾਸਤੇ ਬੜੀ ਵਧੀਆ ਘਟਨਾ ਹੈ, ਬੜੀ ਵਧੀਆ ਇਹ ਗੱਲ ਹੈ ਕਿ ਸਿਆਣਪਾਂ ਹਜ਼ਾਰਾਂ ਵੀ ਹੋਣ, ਬੰਦੇ ਦਾ ਹੰਕਾਰ ਜਿਹੜਾ ਹੈ ਜ਼ਰੂਰ ਉਹਨੂੰ ਮਾਤ ਪਾ ਦਿੰਦਾ ਹੈ। ਬੰਦੇ ਦਾ ਹੰਕਾਰ ਉਹਨੂੰ ਜਿਹੜਾ ਹੈ ਉਹ ਹਾਰਨ ਵਾਸਤੇ ਮਜਬੂਰ ਕਰ ਦਿੰਦਾ ਹੈ, ਹਰਾ ਦਿੰਦਾ ਹੈ। ਇਹਨੇ ਕਹਿੰਦੇ ਕਈ ਮੂਰਤੀਆਂ ਬਣਾ ਦਿੱਤੀਆਂ। ਜਦੋਂ ਜਮਦੂਤ ਆਏ, ਉਹਨਾਂ ਨੇ ਮੂਰਤੀਆਂ ਵੇਖੀਆਂ, ਭਰਮ ਗਏ ਅਫਲਾਤੂ ਕੌਣ ਹੈ। ਧਰਮਰਾਜ ਦੇ ਕੋਲ ਗਏ, ਕਹਿਣ ਲੱਗੇ ਉੱਥੇ ਤੇ ਹਜ਼ਾਰਾਂ ਅਫਲਾਤੂ ਨੇ, ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਹਦੇ ਪ੍ਰਾਣ ਕੱਢਣੇ। ਤੇ ਉਹ ਧਰਮਰਾਜ ਨੇ ਇੱਕ ਵਿਉਂਤ ਦੱਸੀ, ਕਹਿੰਦਾ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ, ਜਦੋਂ ਉਹਦੇ ਔਗਣ ਛਾਂਟਣੇ ਸ਼ੁਰੂ ਕਰ ਦਈਏ ਨਾ, ਤੇ ਬੰਦਾ ਜ਼ਰੂਰ ਆਪਣੀ ਹਉਮੈ ਦਾ ਮਾਰਿਆ, ਆਪਣੇ ਔਗਣਾਂ ਨੂੰ ਸੁਣ ਕੇ ਜਿਹੜਾ ਤਿਲ ਮਿਲਾ ਜਾਂਦਾ ਹੈ, ਹੰਕਾਰ ਵਿੱਚ ਆ ਜਾਂਦਾ ਹੈ। ਮੂਰਤੀਆਂ ਦੇ ਕੋਲ ਜਾ ਕੇ ਤੁਸੀਂ ਉਹਨਾਂ ਮੂਰਤੀਆਂ ਦੀ ਪਹਿਲਾਂ ਤਾਰੀਫ ਕਰਿਓ ਤੇ ਫਿਰ ਉਹਨਾਂ ਮੂਰਤੀਆਂ ਦੀ ਨਿੰਦਿਆ ਸ਼ੁਰੂ ਕਰ ਦਿਓ, ਆਪਣੇ ਆਪ ਅਫਲਾਤੂ ਤੁਹਾਡੇ ਸਾਹਮਣੇ ਆ ਜਾਏਗਾ। ਤੇ ਉਹ ਕਹਾਣੀਕਾਰ ਲਿਖਦਾ ਕਿ ਜਦੋਂ ਇਹਨਾਂ ਜਮਦੂਤਾਂ ਨੇ ਆ ਕੇ ਉਹਨਾਂ ਮੂਰਤੀਆਂ ਦੀ ਤਾਰੀਫ ਸ਼ੁਰੂ ਕਰ ਦਿੱਤੀ, ਕਹਿੰਦੇ ਬੜਾ ਸਿਆਣਾ ਕਾਰੀਗਰ ਹੈ, ਐਸੇ ਪੁੱਤ ਮਾਵਾਂ ਨਿੱਤ ਨਹੀਂ ਜੰਮਦੀਆਂ ਜਿਹੜੇ ਇੰਨੇ ਸਿਆਣੇ ਚਾਤੁਰ ਚਲਾਕ ਹੋਣ ਕਿ ਧਰਮਰਾਜ ਵੀ ਆਵੇ, ਮੌਤ ਵੀ ਆਵੇ ਤੇ ਉਹਨੂੰ ਭੁਲੇਖਾ ਪੈ ਜਾਏ ਕਿ ਅਸਲੀ ਅਫਲਾਤੂ ਕੌਣ ਹੈ। ਕਹਿੰਦੇ ਇੱਦਾਂ ਦੇ ਪੁੱਤ ਮਾਵਾਂ ਕਦੇ ਵਿਰਲੇ ਵਿਰਲੇ ਹੀ ਜੰਮਦੀਆਂ ਨੇ। ਅਫਲਾਤੂ ਉਹਨਾਂ ਮੂਰਤੀਆਂ ਦੇ ਵਿੱਚ ਖੜਾ ਤੇ ਆਪਣੀ ਉਸਤਤੀ ਸੁਣ ਕੇ ਬੜਾ ਖੁਸ਼ ਹੋ ਰਿਹਾ ਸੀ ਕਿ ਕੋਈ ਮੇਰੀ ਵਡਿਆਈ ਕਰ ਰਿਹਾ, ਮੇਰੀ ਉਸਤਤ ਕਰ ਰਿਹਾ। ਫਿਰ ਕਹਿੰਦੇ ਇੱਕ ਜਮਦੂਤ ਨੇ ਇੱਕ ਮੂਰਤੀ ਦੇ ਲਾਗੇ ਜਾ ਕੇ ਆਖਿਆ ਕਿ ਬਾਕੀ ਮੂਰਤੀਆਂ ਤੇ ਬੜੀਆਂ ਸੋਹਣੀਆਂ ਨੇ, ਪਰ ਆਹ ਜਿਹੜੀ ਮੂਰਤੀ ਹੈ ਇਹਦਾ ਇੱਕ ਨੱਕ ਟੇਢਾ ਹੈ, ਇਹਦਾ ਇੱਕ ਕੰਨ ਵਿੰਗਾ ਹੈ, ਇਹਦਾ ਮੂੰਹ ਬਹੁਤਾ ਸੋਹਣਾ ਨਹੀਂ, ਬਾਕੀ ਮੂਰਤੀਆਂ ਨਾਲੋਂ ਇਹਦੇ ਵਿੱਚ ਜਿਹੜੀ ਉਹ ਕਰੂਪਤਾ ਹੈ, ਇਹਦੀ ਸੁੰਦਰਤਾ ਕੋਈ ਬਹੁਤੀ ਚੰਗੀ ਨਹੀਂ। ਤੇ ਅਫਲਾਤੂ ਜਿਹੜਾ ਮੂਰਤੀਆਂ ਦੇ ਵਿੱਚ ਖੜਾ ਸੀ ਨਾ, ਆਪਣੀਆਂ ਬਣਾਈਆਂ ਮੂਰਤੀਆਂ ਦੀ ਨਿੰਦਿਆ ਸੁਣ ਕੇ ਉਹਦੇ ਕੋਲ ਰਿਹਾ ਨਾ ਗਿਆ, ਇੱਕਦਮ ਬੋਲ ਉੱਠਿਆ, ਕੌਣ ਹੈ ਮੇਰੀਆਂ ਬਣਾਈਆਂ ਮੂਰਤੀਆਂ ਦੀ ਨਿੰਦਿਆ ਕਰਨ ਵਾਲਾ। ਤੇ ਜਦੋਂ ਅਫਲਾਤੂ ਸਾਹਮਣੇ ਆਇਆ, ਜਮਦੂਤਾਂ ਨੇ ਇੱਕਦਮ ਉਹਦੇ ਸਰੀਰ 'ਚੋਂ ਪ੍ਰਾਣ ਖਿੱਚ ਲਏ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬੰਦਾ ਕਿੰਨਾ ਵੀ ਸਿਆਣਾ ਚਾਤੁਰ ਚਲਾਕ ਕਿਉਂ ਨਾ ਹੋਵੇ, ਰੱਬ ਦੇ ਘਰ ਉਹਦੀ ਕੋਈ ਥਾਂ ਨਹੀਂ। ਰੱਬ ਦੇ ਘਰ ਚਤੁਰਾਈਆਂ ਚਲਾਕੀਆਂ ਸਿਆਣਪਾਂ ਨਹੀਂ। ਰੱਬ ਦੇ ਘਰ ਤੇ ਭੋਲਾ ਭਾਏ ਮਿਲੇ ਰਘੁਰਾਇਆ, ਉੱਥੇ ਤੇ ਭੋਲਾ ਭਾਉ ਗੋਬਿੰਦ ਮਿਲਾਵੇ। ਉੱਥੇ ਤੇ ਸਾਧ ਜਿਹੜਾ ਸਾਧਿਆ ਹੋਇਆ ਮਨ, ਰੱਬੀ ਰਜਾ ਵਿੱਚ ਤੁਰਨ ਵਾਲਾ ਮਨ ਜਿਹੜਾ ਹੈ ਨਾ, ਉਹਨੂੰ ਪ੍ਰਵਾਨਗੀ ਮਿਲਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹਨਾਂ ਚਾਰ ਜਿਹੜੀਆਂ ਉਸ ਸਮੇਂ ਦੀਆਂ ਜੁਗਤੀਆਂ ਸੀ ਸਚਿਆਰ ਹੋਣ ਦੀਆਂ, ਇਹਨਾਂ ਦਾ ਖੰਡਨ ਕਰ ਦਿੱਤਾ ਕਿ ਨਾ ਸੁਚਮਤਾ ਰੱਖਣ ਨਾਲ ਸਚਿਆਰ ਬਣਿਆ ਜਾਣਾ, ਨਾ ਜ਼ੁਬਾਨ ਦੀ ਚੁੱਪ ਰੱਖ ਕੇ ਕੋਈ ਸਚਿਆਰ ਬਣ ਸਕਦਾ ਹੈ, ਨਾ ਪਦਾਰਥਾਂ ਦੀ ਪ੍ਰਾਪਤੀ ਕਰਕੇ ਕੋਈ ਮਨੁੱਖ ਰੱਜਿਆ ਅਜੇ ਤੱਕ, ਤੇ ਨਾ ਸਿਆਣਪਾਂ ਚਤੁਰਾਈਆਂ ਨਾਲ ਰੱਬ ਮਿਲਦਾ ਹੈ। ਤੇ ਸਤਿਗੁਰੂ ਜੀ ਦੇ ਸਾਹਮਣੇ ਸਵਾਲ ਸੀ ਕਿ ਫਿਰ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕੇ ਸਤਿਗੁਰੂ ਜੀ ਤੁਸੀਂ ਦੱਸੋ ਕਿ ਸਚਿਆਰ ਕਿਵੇਂ ਹੋਇਆ ਜਾਏ, ਤੇ ਮਨੁੱਖ ਦੇ ਅੰਦਰ ਆਤਮਾ ਤੇ ਪਰਮਾਤਮਾ ਦੇ ਵਿੱਚ ਜਿਹੜੀ ਕੂੜ ਦੀ ਕੰਧ ਹੈ ਉਹਨੂੰ ਕਿਵੇਂ ਤੋੜਿਆ ਜਾਏ। ਤੇ ਸਤਿਗੁਰੂ ਜੀ ਕਹਿਣ ਲੱਗੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਪਰਮਾਤਮਾ ਦੇ ਹੁਕਮ ਦੀ ਰਜਾ ਵਿੱਚ ਚੱਲਣਾ। ਸਤਿਗੁਰੂ ਜੀ ਕਹਿੰਦੇ ਇਹੀ ਇੱਕ ਤਰੀਕਾ ਹੈ ਸਚਿਆਰ ਹੋਣ ਦਾ। ਜਿਹੜਾ ਮਨੁੱਖ ਪਰਮਾਤਮਾ ਦੀ ਰਜਾ ਵਿੱਚ ਚੱਲਦਾ ਹੈ, ਸਤਿਗੁਰੂ ਜੀ ਕਹਿੰਦੇ ਉਹੀ ਸਚਿਆਰ। ਇੱਕ ਸਾਖੀ ਕਹਿ ਕੇ ਮੈਂ ਫਤਿਹ ਅਰਜ ਕਰਨ ਲੱਗਾ ਕਿ ਜਿਹੜੇ ਰੱਬ ਦੀ ਰਜਾ ਵਿੱਚ, ਗੁਰੂ ਦੀ ਰਜਾ ਵਿੱਚ ਤੁਰਦੇ ਨੇ, ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਉਹ ਹਰ ਹੀਲੇ ਵਸੀਲੇ ਜਿੱਡੀ ਵਰਜੀ ਮੁਸੀਬਤ ਸਾਹਮਣੇ ਆ ਜਾਏ, ਉਹ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ, ਗੁਰੂ ਦੇ ਹੁਕਮ ਦੀ ਰਜਾ ਨੂੰ ਮੰਨਦੇ। ਬਲਖ ਬੁਖਾਰੇ ਦੇ ਵਿੱਚ ਇੱਕ ਸਿੱਖ ਰਹਿੰਦਾ, ਇਹਦਾ ਨਾਮ ਹੈ ਭਾਈ ਵਸਾਵਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹੈ। ਇਹਦੇ ਘਰ ਔਲਾਦ ਨਹੀਂ, ਸੰਗਤ ਕੋਲੋਂ ਅਰਦਾਸ ਕਰਾਈ ਤੇ ਪੁੱਤਰ ਦੀ ਦਾਤ ਪ੍ਰਾਪਤ ਹੋਈ। ਜਦੋਂ ਪੁੱਤਰ 11 ਕੁ ਸਾਲਾਂ ਦਾ ਹੋਇਆ, ਆਪਣੇ ਪੁੱਤਰ ਦਾ ਜਨਮ ਦਿਨ ਮਨਾ ਰਿਹਾ, ਖੁਸ਼ੀ ਮਨਾ ਰਿਹਾ, ਗੁਰੂ ਜੀ ਦਾ ਸ਼ੁਕਰਾਨਾ ਕਰਦਾ। ਇੱਕ ਸਿੱਖ ਅੰਮ੍ਰਿਤਸਰ ਸਾਹਿਬ ਤੋਂ ਇਹਦੇ ਕੋਲ ਆਇਆ, ਇਹਨੂੰ ਇੱਕ ਚਿੱਠੀ ਦਿੱਤੀ। ਉਸ ਚਿੱਠੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ
ਕਿ ਭਾਈ ਵਸਾਵਾ ਜੀ ਇਸੇ ਸਮੇਂ ਤੁਸੀਂ ਇਰਾਕ ਵੱਲ ਜਾਓ ਤੇ ਬਹੁਤ ਸੋਹਣੇ ਵਧੀਆ ਨਸਲ ਦੇ ਘੋੜੇ ਖਰੀਦ ਕੇ ਅੰਮ੍ਰਿਤਸਰ ਸਾਹਿਬ ਭੇਜਣੇ ਕਰੋ। ਭਾਈ ਵਸਾਵਾ ਜਿਨੇ ਕਈ ਅਰਦਾਸਾਂ ਕਰਨ ਤੋਂ ਬਾਅਦ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਸੀ, ਅੱਜ ਜਦੋਂ ਗੁਰੂ ਜੀ ਦਾ ਹੁਕਮਨਾਮਾ ਪੜ੍ਹਿਆ, ਨਾ ਪਤਨੀ ਨੂੰ ਮਿਲਦਾ ਨਾ ਪੁੱਤਰ ਨੂੰ ਮਿਲਿਆ। ਹੁਕਮ ਪੜ੍ਹਦਿਆਂ ਸਾਰ ਇੱਕਦਮ ਘੋੜੇ ਤੇ ਸਵਾਰ ਹੋ ਕੇ ਤੇ ਘੋੜੇ ਖਰੀਦਣ ਤੁਰ ਪਿਆ ਕਿ ਗੁਰੂ ਸਾਹਿਬ ਜੀ ਦਾ ਹੁਕਮ ਘੋੜੇ ਖਰੀਦ ਕੇ ਅੰਮ੍ਰਿਤਸਰ ਸਾਹਿਬ ਪਹੁੰਚਾਉਣੇ ਨੇ। ਜਦੋਂ ਘਰੋਂ ਬਾਹਰ ਨਿਕਲਿਆ, ਕੁਝ ਦੂਰੀ ਤੇ ਗਿਆ, ਇੱਕ ਦਿਨ ਦਾ ਸਫ਼ਰ ਕੀਤਾ ਸੀ, ਕੁਝ ਕਿਲੋਮੀਟਰ ਦਾ ਸਫ਼ਰ ਕੀਤਾ, ਕਿਉਂਕਿ ਘੋੜੇ ਤੇ ਕਿੰਨਾ ਕੁ ਕੋਈ ਜ਼ਿਆਦਾ ਤੁਰ ਸਕਦਾ ਸੀ। ਕੁਝ ਦੂਰ ਗਿਆ, ਰਾਤ ਪੈ ਗਈ, ਰਾਤ ਆਰਾਮ ਕੀਤਾ। ਅਗਲੇ ਦਿਨ ਇੱਕ ਇਹਦੇ ਘਰੋਂ ਸੁਨੇਹਾ ਪਹੁੰਚਦਾ ਕਿ ਭਾਈ ਵਸਾਵੇ, ਜਿਸ ਪੁੱਤਰ ਨੂੰ ਸੰਗਤ ਕੋਲੋਂ ਅਰਦਾਸਾਂ ਕਰ ਕਰਕੇ ਤੂੰ ਪ੍ਰਾਪਤ ਕੀਤਾ ਹੈ, ਤੇਰੇ ਪੁੱਤਰ ਨੂੰ ਕੋਈ ਰੋਗ ਲੱਗ ਗਿਆ, ਬੜਾ ਬਿਮਾਰ ਹੈ, ਬਹੁਤ ਜ਼ਿਆਦਾ ਦੁੱਖ ਵਿੱਚ ਹੈ, ਚੱਲ ਆਪਣੇ ਪੁੱਤਰ ਦਾ ਇਲਾਜ ਕਰਵਾ, ਆਪਣੇ ਪੁੱਤਰ ਦਾ ਕੋਈ ਦਵਾ ਦਾਰੂ ਕਰਾ, ਤੇਰੇ ਪੁੱਤਰ ਦੀ ਜਾਨ ਬਚ ਜਾਏ। ਭਾਈ ਵਸਾਵਾ ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ, ਘੋੜੇ ਖਰੀਦਣੇ ਨੇ ਤੇ ਪਹਿਲਾਂ ਮੈਂ ਆਪਣੇ ਗੁਰੂ ਦਾ ਹੁਕਮ ਪੂਰਾ ਕਰਾਂਗਾ, ਆਪਣੇ ਪੁੱਤਰ ਦੀ ਦੇਖਭਾਲ ਫਿਰ ਕਰਾਂਗਾ। ਘਰ ਵਿੱਚ ਬਹੁਤ ਧਨ ਦੌਲਤ ਭਰਪੂਰ ਹੈ, ਤੁਸੀਂ ਮੇਰੇ ਪੁੱਤਰ ਦਾ ਇਲਾਜ ਕਰਾਓ, ਜੇ ਬਚ ਜਾਏ ਤੇ ਗੁਰੂ ਦੀ ਬਖਸ਼ਿਸ਼, ਜੇ ਨਾ ਬਚੇ ਤੇ ਗੁਰੂ ਦੀ ਰਜ਼ਾ, ਪਰ ਮੈਂ ਗੁਰੂ ਜੀ ਦੇ ਹੁਕਮ ਦੀ ਰਜ਼ਾ ਵਿੱਚ ਘੋੜੇ ਖਰੀਦਾਂਗਾ ਤੇ ਫਿਰ ਵਾਪਸ ਘਰ ਆਵਾਂਗਾ। ਭਾਈ ਵਸਾਵਾ ਅੱਗੇ ਤੁਰ ਗਿਆ, ਇੱਕ ਦਿਨ ਦਾ ਪੰਥ ਮੁਕਾਇਆ। ਤੀਜਾ ਦਿਨ ਅੱਜ ਜਦੋਂ ਚੜ੍ਹਿਆ ਤੇ ਤੀਜੇ ਦਿਨ ਇੱਕ ਮਨੁੱਖ ਘਰੋਂ ਸੁਨਾਹਾ ਲੈ ਕੇ ਗਿਆ, ਭਾਈ ਵਸਾਵੇ, ਜਿਸ ਪੁੱਤਰ ਨੂੰ ਤੂੰ ਗੁਰੂ ਕੋਲੋਂ ਅਰਦਾਸਾਂ ਕਰ ਕਰਕੇ ਪ੍ਰਾਪਤ ਕੀਤਾ ਸੀ, ਤੇਰਾ ਪੁੱਤਰ ਅਕਾਲ ਚਲਾਣਾ ਕਰ ਗਿਆ, ਚੱਲ ਆ ਆਪਣੇ ਪੁੱਤਰ ਦਾ ਅੰਤਮ ਸੰਸਕਾਰ ਕਰ ਦੇ, ਆਪਣੇ ਪੁੱਤਰ ਦੀਆਂ ਆਖਰੀ ਰਸਮਾਂ ਤੇ ਅਦਾ ਕਰ। ਤੇ ਭਾਈ ਵਸਾਵੇ ਦਾ ਜਵਾਬ ਸੀ, ਮੇਰੇ ਗੁਰੂ ਦਾ ਹੁਕਮ ਘੋੜੇ ਖਰੀਦਣ ਦਾ, ਮੈਂ ਆਪਣੇ ਗੁਰੂ ਦੇ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੈ, ਪਹਿਲਾਂ ਘੋੜੇ ਖਰੀਦਾਂਗਾ, ਫਿਰ ਆ ਕੇ ਆਪਣੇ ਪੁੱਤਰ ਦਾ ਧਿਆਨ ਕਰਾਂਗਾ। ਤੇ ਜੇ ਤੁਸੀਂ ਬਹੁਤੀ ਕਾਹਲੀ ਵਿੱਚ ਹੋ ਤੇ ਘਰ ਦੇ ਵਿੱਚ ਹਰ ਸਾਜੋ ਸਮਾਨ ਮੌਜੂਦ ਹੈ, ਲੱਕੜ ਮੌਜੂਦ ਹੈ, ਤੁਸੀਂ ਜਾਓ ਮੇਰੇ ਪੁੱਤਰ ਦਾ ਸੰਸਕਾਰ ਕਰ ਦਿਓ ਤੇ ਗੁਰੂ ਅੱਗੇ ਅਰਦਾਸ ਕਰਿਓ, ਮੇਰੇ ਪੁੱਤਰ ਨੂੰ ਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਰ ਮੈਂ ਆਪਣੇ ਗੁਰੂ ਦੇ ਹੁਕਮ ਦੀ ਰਜ਼ਾ ਵਿੱਚ ਪਹਿਲਾਂ ਘੋੜੇ ਖਰੀਦਾਂਗਾ, ਫਿਰ ਘਰ ਵਾਪਸ ਆਵਾਂਗਾ। ਭਾਈ ਵਸਾਵਾ ਜਿਹੜਾ ਉਹ ਇੱਧਰ ਇਰਾਕ ਵਾਲੇ ਪਾਸੇ ਇੱਧਰ ਵਧੀਆ ਨਸਲ ਦੇ ਘੋੜੇ ਮਿਲਿਆ ਕਰਦੇ ਸੀ, ਅੱਜ ਵੀ ਮਿਲਦੇ ਨੇ। ਉੱਥੋਂ ਘੋੜੇ ਖਰੀਦੇ, ਵਾਪਸ ਆਪਣੇ ਘਰ ਆਇਆ, ਔਰ ਜਿਹੜਾ ਸਿੱਖ ਸਤਿਗੁਰੂ ਜੀ ਦਾ ਹੁਕਮ ਲੈ ਕੇ ਆਇਆ ਸੀ, ਉਸ ਸਿੱਖ ਦੇ ਹੱਥ ਘੋੜੇ ਦੀ ਲਗਾਮ ਫੜਾਈ ਤੇ ਉਹਨੂੰ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ। ਪਤਾ ਲੱਗਾ ਪੁੱਤਰ ਅਕਾਲ ਚਲਾਣਾ ਕਰ ਗਿਆ। ਆਪਣੀ ਪਤਨੀ ਵੱਲ ਮਿਲਿਆ, ਪਤਨੀ ਵੀ ਸਿਦਕ ਵਾਲੀ, ਗੁਰੂ ਦੇ ਹੁਕਮ ਦੀ ਰਜ਼ਾ ਨੂੰ ਮੰਨਣ ਵਾਲੀ ਸੀ। ਭਾਈ ਵਸਾਵਾ ਆਪਣੀ ਪਤਨੀ ਵੱਲ ਵੇਖ ਕੇ ਕਹਿੰਦਾ, ਭਾਗਵਾਨੇ, ਤੂੰ ਬੜੀ ਵੱਡੀ ਸਿੱਖੀ ਕਮਾਈ ਹੈ, ਤੂੰ ਧੰਨ ਹੈ ਜਿਨਨੇ ਗੁਰੂ ਦੇ ਹੁਕਮ ਦੀ ਰਜ਼ਾ ਨੂੰ ਸੱਤ ਕਰਕੇ ਮੰਨਿਆ ਹੈ। ਦੋਵੇਂ ਪਤੀ ਪਤਨੀ ਪਹਿਲਾਂ ਦੀ ਤਰ੍ਹਾਂ ਆਪਣਾ ਜੀਵਨ ਢੰਗ ਜਿਹੜਾ ਬਸਰ ਕਰਨ ਲੱਗ ਪਏ ਨੇ। ਇੱਧਰ ਜਦੋਂ ਉਹ ਸਿੱਖ ਘੋੜੇ ਲੈ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਨਾ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਗਿਆ ਤੇ ਸਤਿਗੁਰੂ ਜੀ ਨੂੰ ਜਾ ਕੇ ਭਾਈ ਵਸਾਵੇ ਦੀ ਸਾਰੀ ਘਟਨਾ ਦੱਸੀ ਕਿ ਕਿਵੇਂ ਉਹ ਆਪਣੇ ਘਰੋਂ ਆਪ ਜੀ ਦਾ ਹੁਕਮ ਪਾ ਕੇ ਉਸੇ ਵੇਲੇ ਨਿਕਲਿਆ, ਪਿੱਛੇ ਉਹਦਾ ਪੁੱਤਰ ਅਕਾਲ ਚਲਾਣਾ ਕਰ ਗਿਆ, ਪਰ ਉਹਨੇ ਆਪ ਜੀ ਦੇ ਹੁਕਮ ਦੀ ਰਜ਼ਾ ਨੂੰ ਸੱਤ ਕਰਕੇ ਮੰਨਿਆ ਤੇ ਪਹਿਲਾਂ ਘੋੜੇ ਖਰੀਦ ਕੇ ਵਾਪਸ ਆਇਆ, ਫਿਰ ਆਪਣੇ ਘਰ ਦਾ ਪਤਾ ਲਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਿੰਘਾਸਣ ਤੋਂ ਉੱਠ ਪਏ। ਭਾਈ ਵਸਾਵੇ ਦੇ ਜੀਵਨ ਦੀ ਇਸ ਘਟਨਾ ਨੂੰ ਸੁਣਦਿਆਂ ਕਹਿੰਦੇ ਸਤਿਗੁਰੂ ਜੀ ਦੇ ਅੱਖਾਂ ਵਿੱਚ ਜਲ ਭਰ ਆਇਆ, ਬੜੀ ਗੰਭੀਰਤਾ ਵਿੱਚ ਸਤਿਗੁਰੂ ਜੀ ਆਏ, ਸਿੰਘਾਸਣ ਤੋਂ ਉੱਠ ਪਏ ਤੇ ਜਿਸ ਪਾਸੇ ਬਲਖ ਬੁਖਾਰ ਹੈ ਨਾ, ਉਸ ਪਾਸੇ ਵੱਲ ਨੂੰ ਮੁੱਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ 3 ਵਾਰ ਬਚਨ ਆਖੇ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਕਿ ਭਾਈ ਵਸਾਵੇ ਤੇਰੀ ਸਿੱਖੀ ਧੰਨ ਹੈ ਜਿਨਨੇ ਗੁਰੂ ਦੇ ਹੁਕਮ ਦੀ ਰਜ਼ਾ ਨੂੰ ਮੰਨਿਆ ਤੇ ਆਪਣੇ ਪੁੱਤਰ ਦੇ ਸਰੀਰ ਤਿਆਗਣ ਤੋਂ ਬਾਅਦ ਵੀ ਗੁਰੂ ਦੇ ਹੁਕਮ ਨੂੰ ਪਿੱਠ ਨਾ ਵਿਖਾਈ, ਤੇਰੀ ਸਿੱਖੀ ਧੰਨ ਹੈ। ਸੋ ਐਸੇ ਗੁਰਸਿੱਖ ਜਿਹੜੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਵਾਲੇ ਹੁਕਮ ਤੇ ਪਹਿਰਾ ਦਿੰਦੇ ਨੇ ਨਾ, ਉਹ ਸਚਿਆਰ ਮਨੁੱਖ ਨੇ ਔਰ ਉਹਨਾਂ ਨੂੰ ਰੱਬ ਦੇ ਘਰ ਗੁਰੂ ਨਾਨਕ ਦੇ ਚਰਨਾਂ ਵਿੱਚ ਵੱਡੀ ਥਾਂ ਮਿਲਦੀ ਹੈ।
ਗੁਰੂ ਕਿਰਪਾ ਕਰੇ, ਸਾਨੂੰ ਹੁਕਮ ਰਜਾਈ ਚੱਲਣ ਦੀ ਜਾਚ ਆ ਜਾਏ। ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਚੱਲ ਕੇ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਤੁਰ ਕੇ ਆਪਣੇ ਜੀਵਨ ਨੂੰ ਸਫਲ ਕਰ ਸਕ